Hello everyone. Today we will read and translate it into Punjabi. Science chapter 1 Nutrition in Plants. Okay जी ਪੰਜਾਬੀ ਦੇ ਵਿੱਚ ਟ੍ਰਾਂਸਲੇਸ਼ਨ ਕਰਾਂਗੇ ਇਸ ਚੈਪਟਰ ਦੀ ਨਿਊਟ੍ਰੀਸ਼ਨ ਇਨ ਪਲਾਂਟਸ। ਨਿਊਟ੍ਰੀਸ਼ਨ ਦਾ ਮੀਨਿੰਗ ਸਭ ਤੋਂ ਪਹਿਲਾਂ ਕੀ ਹੁੰਦਾ ਹੈ? ਪੋਸ਼ਣ। ਪਲਾਂਟਸ ਦਾ ਮੀਨਿੰਗ ਹੁੰਦਾ ਪੇੜ ਪੌਦੇ, ਵੀ ਪੌਦਿਆਂ ਦੇ ਵਿੱਚ ਪੋਸ਼ਣ। Okay, let's start. In class 6th, you learned that food is essential for all living beings. You also learned that carbohydrates, proteins, fats, vitamins, and minerals are components of food. And these components of food are necessary for our body and are called nutrients. ਹਾਂਜੀ, ਹੁਣ ਇਹ ਪੈਰਾਗ੍ਰਾਫ ਦੇ ਵਿੱਚ ਕਹਿ ਰਿਹਾ ਜੀ ਕਲਾਸ 6th ਦੇ ਵਿੱਚ ਤੁਸੀਂ ਪੜ੍ਹਿਆ ਹੈ ਜੀ ਜਿਹੜੇ ਸਾਰੇ ਆਲ ਲਿਵਿੰਗ ਆਰਗੇਨਿਜ਼ਮਸ ਹੁੰਦੇ ਨੇ ਉਹਨਾਂ ਵਾਸਤੇ ਜਿਹੜਾ ਭੋਜਨ ਆ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਅਤੇ ਭੋਜਨ ਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟਸ ਦਾ ਮੀਨਿੰਗ ਹੁੰਦਾ ਹੈ ਕਿਹੜੇ ਕਿਹੜੇ ਪਾਰਟਸ ਹੁੰਦੇ ਆ ਜਿਹੜੇ ਭੋਜਨ ਦੇ ਰਜੇ, ਜਿਵੇਂ ਹੋ ਗਏ ਵਿਟਾਮਿਨ ਹੋ ਗਿਆ, ਕਾਰਬੋਹਾਈਡਰੇਟ ਹੋ ਗਿਆ, ਫੈਟ ਹੋ ਗਿਆ, ਮਿਨਰਲਸ ਹੋ ਗਿਆ। ਠੀਕ ਹੈ ਜੀ, ਇਹ ਕੰਪੋਨੈਂਟਸ ਹੁੰਦੇ ਆ ਫੂਡ ਦੇ, ਅਤੇ ਫੂਡ ਦੇ ਕੰਪੋਨੈਂਟਸ ਜਿਹੜੇ ਹੁੰਦੇ ਫੂਡ ਦੇ ਇਹ ਬਹੁਤ ਜ਼ਿਆਦਾ ਨੈਸੈਸਰੀ ਹੁੰਦੇ ਆ ਆਪਣੀ ਬਾਡੀ ਵਾਸਤੇ। ਨੈਸੈਸਰੀ ਹੁੰਦਾ ਜ਼ਰੂਰੀ, ਆਪਣੀ ਬਾਡੀ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ, ਅਤੇ ਇਹਨਾਂ ਨੂੰ ਕੀ ਕਹਿੰਦੇ ਆ? ਨਿਊਟ੍ਰੀਐਂਟਸ। ਆਲ ਲਿਵਿੰਗ ਆਰਗੇਨਿਜ਼ਮਸ ਰਿਕੁਆਇਰ ਫੂਡ। ਸਭ ਨੂੰ ਭੋਜਨ ਦੀ ਲੋੜ ਹੁੰਦੀ ਆ। ਪਲਾਂਟਸ ਕੈਨ ਮੇਕ ਦੇਅਰ ਫੂਡ ਦੈਮਸੈਲਫ ਬਟ ਐਨੀਮਲਸ ਇਨਕਲੂਡਿੰਗ ਹਿਊਮਨਸ ਕਾਂਟ। ਕਹਿੰਦੇ ਜਿਹੜੇ ਪਲਾਂਟਸ ਨੇ ਉਹ ਤਾਂ ਆਪਣੇ ਆਪ ਬਣਾ ਸਕਦੇ ਆ ਆਪਣਾ ਭੋਜਨ। ਦੈਮਸੈਲਫ ਹੁੰਦਾ ਆਪਣੇ ਆਪ, ਠੀਕ ਹੈ, ਆਪਣੇ ਆਪ ਭੋਜਨ ਬਣਾ ਸਕਦੇ ਆ। ਬਟ ਜਿਹੜੇ ਐਨੀਮਲਸ ਆ ਇਨਕਲੂਡਿੰਗ ਹਿਊਮਨਸ, ਵੀ ਬੰਦੇ ਅਤੇ ਜਿਹੜੇ ਐਨੀਮਲਸ ਨੇ ਉਹ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ। ਦੇ ਗੈਟ ਇਟ ਫਰੋਮ ਪਲਾਂਟਸ, ਵੀ ਉਹ ਪਲਾਂਟਸ ਤੋਂ ਆਪਣਾ ਭੋਜਨ ਲੈਂਦੇ ਨੇ, ਅਤੇ ਉਹ ਐਨੀਮਲਸ ਤੋਂ ਲੈਂਦੇ ਨੇ ਜਿਹੜੇ ਪਲਾਂਟਸ ਨੂੰ ਖਾਂਦੇ ਨੇ। ਦਸ ਹਿਊਮਨਸ ਐਂਡ ਐਨੀਮਲਸ ਆਰ ਡਾਇਰੈਕਟਲੀ ਔਰ ਇਨਡਾਇਰੈਕਟਲੀ ਡਿਪੈਂਡੈਂਟ ਔਨ ਪਲਾਂਟਸ, ਵੀ ਚਾਹੇ ਉਹ ਸਿੱਧੇ ਤੌਰ 'ਤੇ ਆ। ਡਾਇਰੈਕਟਲੀ ਐਂਡ ਇਨਡਾਇਰੈਕਟਲੀ ਦਾ ਮੀਨਿੰਗ ਹੁੰਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ। ਠੀਕ ਹੈ ਜੀ, ਹਿਊਮਨਸ ਐਂਡ ਐਨੀਮਲਸ ਨੇ ਜਿਹੜੇ ਸਿੱਧੇ ਜਾਂ ਸਿੱਧੇ ਤੌਰ 'ਤੇ ਪਲਾਂਟਸ ਦੇ ਉੱਪਰ ਡਿਪੈਂਡ ਕਰਦੇ ਨੇ। ਓਕੇ, ਹੁਣ ਨੈਕਸਟ ਆ ਗਿਆ ਜੀ ਮੋਡ ਆਫ ਨਿਊਟ੍ਰੀਸ਼ਨ ਇਨ ਪਲਾਂਟਸ। ਕਿਹੜੇ ਕਿਹੜੇ ਮੋਡਸ ਹੁੰਦੇ ਨੇ ਉਹ ਰੀਡ ਕਰਾਂਗੇ। ਪਲਾਂਟਸ ਆਰ ਦਾ ਓਨਲੀ ਆਰਗੇਨਿਜ਼ਮਸ that can prepare food for themselves by using water, carbon dioxide and minerals. ਹੁਣ ਜੀ ਜਿਹੜੇ ਪਲਾਂਟਸ ਨੇ ਇੱਕ ਇਹੋ ਜਿਹੇ ਆਰਗੇਨਿਜ਼ਮ ਨੇ, ਇੱਕੋ ਇੱਕ ਇਹੋ ਜਿਹੇ ਆਰਗੇਨਿਜ਼ਮ ਨੇ ਜਿਹੜੇ ਆਪਣਾ ਭੋਜਨ ਆਪ ਬਣਾ ਸਕਦੇ ਆ। ਕਿਹੜੀ ਕਿਹੜੀ ਚੀਜ਼ਾਂ ਨੂੰ ਯੂਜ਼ ਕਰਕੇ? ਵਾਟਰ, ਕਾਰਬਨ ਡਾਈਆਕਸਾਈਡ ਐਂਡ ਮਿਨਰਲਸ। ਅਤੇ ਇਹ ਜਿਹੜੇ ਤਿੰਨੋਂ ਚੀਜ਼ਾਂ ਹੋ ਗਈਆਂ, ਇਹ ਵਾਟਰ, ਕਾਰਬਨ ਡਾਈਆਕਸਾਈਡ, ਮਿਨਰਲਸ, ਇਹ ਕਿਆ ਹੋ ਗਏ? ਇਹਨਾਂ ਦੇ ਰॉ ਮਟੀਰੀਅਲ ਹੋ ਗਏ। ਠੀਕ ਹੈ ਜੀ, ਹੁਣ ਆ ਗਿਆ ਜੀ ਦ ਰॉ ਮਟੀਰੀਅਲ ਆਰ ਪ੍ਰੈਜੈਂਟ ਇਨ ਦੇਅਰ ਸਰਾਊਂਡਿੰਗ। ਹੁਣ ਰॉ ਮਟੀਰੀਅਲ ਕਿਹੜਾ ਕਿਹੜਾ ਹੋ ਗਿਆ ਤੁਹਾਨੂੰ ਰੀਡ ਕਰਵਾਤਾ? ਆਹ ਤਿੰਨੋਂ। ਓਕੇ, ਇਹ ਤਿੰਨੋਂ ਇਹਨਾਂ ਦੇ ਰॉ ਮਟੀਰੀਅਲ ਨੇ ਜਿਹੜੇ ਇਹਨਾਂ ਨੂੰ ਆਪਣੀ ਸਰਾਊਂਡਿੰਗਸ ਤੋਂ ਮਿਲ ਜਾਂਦੇ ਆ, ਮਤਲਬ ਆਪਣੇ ਆਲੇ ਦੁਆਲੇ ਤੋਂ ਮਿਲ ਜਾਂਦੇ ਆ। ਦ ਨਿਊਟ੍ਰੀਐਂਟਸ ਐਨੇਬਲ ਲਿਵਿੰਗ ਆਰਗੇਨਿਜ਼ਮਸ ਟੂ ਬਿਲਡ ਦੇਅਰ ਬੋਡੀ, to grow, to repair damaged part of their bodies and provide the energy to carry out life processes. ਹੁਣ ਜੀ ਕਹਿੰਦੇ ਜਿਹੜੇ ਨਿਊਟ੍ਰੀਐਂਟਸ ਨੇ ਇਹ ਆਪਣੇ ਸਰੀਰ ਵਾਸਤੇ ਕਿਉਂ ਜ਼ਰੂਰੀ ਹੁੰਦੇ ਆ? ਕਿਉਂਕਿ ਇਹ ਸਾਨੂੰ ਆਪਣੀ ਬਾਡੀ ਬਣਾਉਣ ਦੇ ਵਿੱਚ ਹੈਲਪ ਕਰਦੇ ਆ, ਵਧਣ ਫੁੱਲਣ ਦੇ ਵਿੱਚ ਹੈਲਪ ਕਰਦੇ ਆ, ਅਤੇ ਜਿਹੜੇ ਸਾਡੇ ਬਾਡੀ ਦੇ ਡੈਮੇਜਡ ਪਾਰਟਸ ਹੁੰਦੇ ਨੇ ਨਾ ਆਪਣੇ ਸਰੀਰ ਦੇ ਵਿੱਚ, ਜਿਹੜੇ ਸਾਰੇ ਕੰਮ ਕਰਨ ਦੇ ਨਾਲ ਅੰਦਰ ਟੁੱਟ ਭੱਜ ਹੁੰਦੀ ਆ, ਉਹ ਸਾਰਿਆਂ ਨੂੰ ਰਿਪੇਅਰ ਕਰਦਾ, ਠੀਕ ਕਰਦਾ। ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਸਾਨੂੰ ਐਨਰਜੀ ਪ੍ਰੋਵਾਈਡ ਕਰਦਾ ਹੈ। ਕਾਹਦੇ ਵਾਸਤੇ? ਤਾਂ ਕਿ ਅਸੀਂ ਜਿਹੜੇ ਆਪਣੇ ਲਾਈਫ ਪ੍ਰੋਸੈਸਿਸ ਨੇ, ਮਤਲਬ ਜਿਹੜੇ ਲਾਈਫ ਦੇ ਕੰਮ ਨੇ ਡੇਲੀ ਦੇ, ਉਹ ਪੂਰੇ ਕਰ ਸਕੀਏ। ਨਿਊਟ੍ਰੀਸ਼ਨ ਇਜ਼ ਅ ਮੋਡ ਆਫ ਟੇਕਿੰਗ ਫੂਡ ਬਾਈ ਐਨ ਆਰਗੇਨਿਜ਼ਮ। ਨਿਊਟ੍ਰੀਸ਼ਨ ਕੀ ਹੁੰਦਾ ਹੈ ਜੀ? ਇੱਕ ਮੋਡ ਹੁੰਦਾ, ਇੱਕ ਪ੍ਰੋਸੈਸ ਹੁੰਦਾ ਹੈ ਜਿਹਦੇ ਵਿੱਚ ਇੱਕ ਆਰਗੇਨਿਜ਼ਮ ਆ ਜਿਹੜਾ ਭੋਜਨ ਖਾਂਦਾ ਹੈ, ਅਤੇ ਜਿਹੜੀ ਉਹਦੀ ਬਾਡੀ ਆ ਉਹਨੂੰ ਯੂਜ਼ ਕਰਦੀ ਆ। ਐਂਡ ਇਟਸ ਯੂਟੀਲਾਈਜੇਸ਼ਨ ਬਾਏ ਦਾ ਬਾਡੀ। ਯੂਟੀਲਾਈਜੇਸ਼ਨ ਕੀ ਹੁੰਦਾ ਹੈ? ਯੂਜ਼ ਕਰਨਾ। ਓਕੇ, ਵੀ ਜਿਹੜੀ ਬਾਡੀ ਆ ਉਹਨੂੰ ਯੂਜ਼ ਕਰਦੀ ਆ। ਦ ਮੋਡ ਆਫ ਨਿਊਟ੍ਰੀਸ਼ਨ ਇਨ ਵਿਚ organisms make food themselves from simple substances is called autotrophic nutrition. ਹਾਂਜੀ, ਹੁਣ ਉਹ ਮੋਡ ਜਿਹਦੇ ਵਿੱਚ ਜਿਹੜੇ ਆਰਗੇਨਿਜ਼ਮਸ ਨੇ ਆਪਣਾ ਭੋਜਨ ਆਪ ਬਣਾਉਂਦੇ ਨੇ ਸਿੰਪਲ ਚੀਜ਼ਾਂ ਦੇ ਨਾਲ, ਸਬਸਟੈਂਸਿਸ ਹੁੰਦਾ ਚੀਜ਼ਾਂ ਦੇ ਨਾਲ, ਉਹਨੂੰ ਕਹਿੰਦੇ ਨੇ ਜੀ ਆਟੋਟ੍ਰੋਫਿਕ ਨਿਊਟ੍ਰੀਸ਼ਨ। ਓਕੇ ਜੀ, ਨੈਕਸਟ ਆ ਗਿਆ ਦੇਅਰਫੋਰ ਪਲਾਂਟਸ ਆਰ ਕਾਲਡ ਆਟੋਟ੍ਰੋਫਸ। ਇਸੇ ਕਰਕੇ ਪਲਾਂਟਸ ਨੂੰ ਕਿਆ ਕਿਹਾ ਜਾਂਦਾ ਹੈ? ਆਟੋਟ੍ਰੋਫਸ ਕਿਹਾ ਜਾਂਦਾ ਹੈ। ਐਨੀਮਲਸ ਐਂਡ ਮੋਸਟ ਅਦਰ ਆਰਗੇਨਿਜ਼ਮਸ ਲਾਈਕ ਇਨ ਰੈਡੀਮੇਡ
ਟੇਕ ਇਨ ਰੈਡੀਮੇਡ ਫੂਡ ਪ੍ਰਪੇਅਰਡ ਬਾਏ ਦਾ ਪਲਾਂਟਸ। ਹੁਣ ਕਹਿੰਦੇ ਜਿਹੜੇ ਐਨੀਮਲਸ ਨੇ ਤੇ ਜਿਹੜੇ ਹੋਰ ਔਰਗਨਿਜ਼ਮ ਅਦਰ ਔਰਗਨਿਜ਼ਮਸ ਨੇ, ਜਿਹੜੀ ਆਪਾਂ ਹੋ ਗਏ ਹਿਊਮਨਸ ਹੋ ਗਏ, ਉਹ ਕੀ ਕਰਦੇ ਨੇ, ਰੈਡੀਮੇਡ ਫੂਡ ਜਿਹੜਾ ਪਲਾਂਟਸ ਦੁਆਰਾ ਭੋਜਨ ਬਣਾਇਆ ਜਾਂਦਾ ਉਹ ਆਪਾਂ ਨੂੰ ਰੈਡੀਮੇਡ ਰੂਪ ਦੇ ਵਿੱਚ ਮਿਲਦਾ ਹੈ, ਠੀਕ ਹੈ ਜੀ। ਤੇ ਉਹਨਾਂ ਨੂੰ ਕਿਆ ਕਹਿੰਦੇ ਨੇ, ਹੈਟਰੋਟ੍ਰੋਫਸ। ਹੈਟਰੋ ਦਾ ਮੀਨਿੰਗ ਹੁੰਦਾ ਹੈ ਅਦਰ, ਵੀ ਜਿਹੜਾ ਦੂਸਰਿਆਂ ਤੋਂ ਆਪਣਾ ਭੋਜਨ ਲੈਂਦੇ ਆ। ਓਕੇ, ਇੱਥੇ ਤੱਕ ਕਲੀਅਰ ਆ। Now we may ask where the food factories of plants are located। ਹਾਂਜੀ, ਹੁਣ food factories ਕਿਆ ਹੋ ਗਈਆਂ, ਜਿੱਥੇ ਭੋਜਨ ਬਣਦਾ ਹੈ, ਠੀਕ ਹੈ। ਵੀ ਹੁਣ ਕੁਐਸਚਨ ਆਪਣੇ ਤੋਂ ਆਹ ਪੈਰਾਗ੍ਰਾਫ ਦੇ ਵਿੱਚ ਆਪਾਂ ਤੋਂ ਕੁਐਸਚਨਸ ਪੁੱਛੇ ਗਏ ਆ, ਠੀਕ ਹੈ। ਤੇ ਇਹਨਾਂ ਦੇ ਹੀ ਆਨਸਰ ਆਪਾਂ ਅੱਗੇ ਲੈਸਨ ਦੇ ਵਿੱਚ ਆਪਾਂ ਦੇਣੇ ਆ। ਓਕੇ, ਹੁਣ ਕਿਹੜੇ ਕਿਹੜੇ ਕੁਐਸਚਨ ਪੁੱਛੇ ਗਏ ਆ, ਵੀ ਫਸਟ ਆ ਗਿਆ ਜੀ, ਜਿਹੜੀਆਂ ਇਹਦੀਆਂ ਫੂਡ ਫੈਕਟਰੀਜ਼ ਹੁੰਦੀਆਂ ਨੇ ਉਹ ਕਿੱਥੇ ਲੋਕੇਟਡ ਹੁੰਦੇ ਨੇ, ਕਿੱਥੇ ਹੁੰਦੀਆਂ ਨੇ। whether food is made in all parts of plants or only in certain parts। ਵੀ ਜਿਹੜਾ ਭੋਜਨ ਆ ਉਹ ਸਿਰਫ ਇੱਕ ਸਰਟਨ ਪਾਰਟ ਦੇ ਵਿੱਚ ਬਣਦਾ ਹੈ ਜਾਂ ਸਾਰੇ ਪਾਰਟਸ ਦੇ ਵਿੱਚ ਬਣਦਾ ਹੈ ਜਿਹੜੇ ਪਲਾਂਟਸ ਹੁੰਦੇ ਨੇ। ਹਾਊ ਡੂ ਪਲਾਂਟਸ obtain the raw material। ਹਾਂਜੀ, raw material ਤੁਸੀਂ ਉੱਥੇ ਪਿੱਛੇ ਪੜ੍ਹ ਲਿਆ ਨਾ, ਵਾਟਰ, ਕਾਰਬੋਹਾਈਡਰੇਟ ਐਂਡ ਮਿਨਰਲਸ, ਇਹ ਹੋ ਗਏ ਇਹਦੇ raw material ਪਲਾਂਟਸ ਦੇ। ਤੇ ਇਹ ਆਪਣੇ ਸਰਾਊਂਡਿੰਗਸ ਤੋਂ ਕਿੱਦਾਂ ਲੈਂਦੇ ਨੇ, ਠੀਕ ਹੈ। ਹਾਊ ਡੂ ਦੇ ਟਰਾਂਸਪੋਰਟ ਦੈਮ ਟੂ ਫੂਡ ਫੈਕਟਰੀਜ਼ ਆਫ ਦਾ ਪਲਾਂਟ। ਓਕੇ, ਹੁਣ ਉਹਨਾਂ ਨੂੰ ਰॉ ਮਟੀਰੀਅਲ ਵੀ ਚਲੋ ਮਿਲ ਜਾਂਦਾ ਹੈ, ਬਟ ਜਿਹੜਾ ਇਹ ਰॉ ਮਟੀਰੀਅਲ ਆ ਉਹ ਫੂਡ ਫੈਕਟਰੀ ਤੱਕ ਕਿਵੇਂ ਪਹੁੰਚਦਾ ਹੈ। ਓਕੇ, ਇਹ 4-5 ਕੁਐਸਚਨਸ ਇਹਦੇ ਵਿੱਚ ਪੈਰਾਗ੍ਰਾਫ ਦੇ ਵਿੱਚ ਆਪਾਂ ਨੂੰ ਪੁੱਛੇ ਹੋਏ ਆ ਤੇ ਉਹਨਾਂ ਦੇ ਆਪਾਂ ਆਨਸਰ ਨੈਕਸਟ ਆਪਾਂ ਅੱਗੇ ਪੜ੍ਹਦੇ ਹਾਂ। ਹੁਣ ਆ ਗਿਆ ਜੀ ਫੋਟੋਸਿੰਥੇਸਿਸ। ਫੋਟੋਸਿੰਥੇਸਿਸ ਰਾਜੇ ਤੁਹਾਨੂੰ ਇੱਥੇ ਕਲੀਅਰ ਕਰਦਾ, ਇੱਕ ਪ੍ਰੋਸੈਸ ਹੁੰਦਾ ਹੈ ਜਿਹਦੇ ਦੁਆਰਾ ਪਲਾਂਟਸ ਨੇ ਜਿਹੜਾ ਆਪਣਾ ਭੋਜਨ ਆ ਉਹ ਬਣਾਉਂਦੇ ਆ, ਠੀਕ ਹੈ ਜੀ। ਇਹਨੂੰ ਡਿਟੇਲ ਦੇ ਵਿੱਚ ਰੀਡ ਕਰਦੇ ਹਾਂ। ਲੀਵਸ ਆਰ ਦਾ ਫੂਡ ਫੈਕਟਰੀਜ਼ ਆਫ ਪਲਾਂਟਸ। ਹੁਣ ਜੀ ਫਸਟ ਕੁਐਸਚਨ ਦਾ ਆਨਸਰ ਮਿਲ ਗਿਆ। ਫੂਡ ਫੈਕਟਰੀਜ਼ ਕਿਉਂ ਹੁੰਦੀਆਂ ਨੇ, ਲੀਵਸ ਹੁੰਦੇ ਨੇ, ਪੱਤੇ ਜਿਹੜੇ ਹੁੰਦੇ ਨੇ। the synthesis of food in plants occur in leaves। ਹਾਂਜੀ, ਹੁਣ ਸਿੰਥੇਸਿਸ ਦਾ ਮੀਨਿੰਗ ਕੀ ਹੁੰਦਾ ਹੈ, ਪ੍ਰਪੇਅਰ, ਬਣਾਉਣਾ, ਠੀਕ ਹੈ ਜੀ। ਜਿਹੜਾ ਹੁਣ ਭੋਜਨ ਬਣਦਾ ਹੈ ਪਲਾਂਟਸ ਦੇ ਵਿੱਚ ਉਹ ਪ੍ਰੋਸੈਸ ਕਿੱਥੇ ਹੁੰਦਾ ਹੈ, ਪੱਤਿਆਂ ਦੇ ਵਿੱਚ। therefore all the raw material must reach there। ਇਸੇ ਕਰਕੇ ਜਿਹੜਾ ਸਾਰਾ raw material ਆ ਉਹਨੂੰ ਪੱਤਿਆਂ ਤੱਕ ਪਹੁੰਚਣਾ ਮਸਟ ਹੁੰਦਾ ਹੈ, ਬਹੁਤ ਜ਼ਰੂਰੀ ਹੁੰਦਾ ਹੈ। water and minerals present in the soil are observed by the roots। ਹੁਣ ਕਹਿੰਦਾ ਜਿਹੜਾ ਪਾਣੀ ਤੇ ਮਿਨਰਲਸ ਹੁੰਦੇ ਨੇ ਉਹ ਮਿੱਟੀ ਦੇ ਵਿੱਚ ਹੁੰਦੇ ਨੇ, ਠੀਕ ਹੈ। ਸੋਇਲ ਹੁੰਦਾ ਮਿੱਟੀ, ਮਿੱਟੀ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਤੇ ਉਹਨੂੰ ਕੀ ਕਰਦੀਆਂ ਨੇ, ਰੂਟਸ ਹੁੰਦੀਆਂ ਨੇ, ਜੜ੍ਹਾਂ, ਠੀਕ ਹੈ। ਜਿਹੜੀਆਂ ਜੜ੍ਹਾਂ ਹੁੰਦੀਆਂ ਨੇ ਉਹਨੂੰ ਓਬਜ਼ਰਵ ਕਰਦੀਆਂ ਨੇ, ਆਪਣੇ ਅੰਦਰ ਸੋਖ ਲੈਂਦੀਆਂ ਨੇ ਐਂਡ ਟਰਾਂਸਪੋਰਟਡ ਟੂ ਦਾ ਲੀਵਸ, ਤੇ ਉਹਨੂੰ ਲੀਵਸ ਦੇ ਵਿੱਚ ਟਰਾਂਸਪੋਰਟ ਕਰ ਦਿੰਦੀਆਂ ਨੇ, ਉੱਥੇ ਤੱਕ ਪਹੁੰਚਾ ਦਿੰਦੀਆਂ ਨੇ। ਕਾਰਬਨ ਡਾਈਆਕਸਾਈਡ from air is taken in through the tiny pores present on the surface of the leaves। ਹਾਂਜੀ, ਹੁਣ ਜਿਹੜਾ ਕਾਰਬਨ ਡਾਈਆਕਸਾਈਡ ਰਹਿ ਗਈ ਸੀ ਮਿਨਰਲ ਤੇ ਵਾਟਰ ਤਾਂ ਉਹਨੂੰ ਮਿੱਟੀ ਤੋਂ ਮਿਲ ਜਾਂਦੇ ਆ, ਤੇ ਜਿਹੜੀ ਕਾਰਬਨ ਡਾਈਆਕਸਾਈਡ ਆ ਉਹ ਕਿਤੋਂ ਮਿਲਦੀ ਆ, ਏਅਰ ਦੇ ਵਿੱਚੋਂ, ਠੀਕ ਹੈ। ਜਿਹੜੇ ਉਹਦੇ ਸਰਾਊਂਡਿੰਗ ਹਵਾ ਹੁੰਦੀ ਆ ਆਸੇ ਪਾਸੇ ਉਹਦੇ ਥਰੂ ਛੋਟੇ ਛੋਟੇ ਪੋਰਸ ਹੁੰਦੀਆਂ ਨੇ ਪੱਤਿਆਂ ਦੇ ਵਿੱਚ, ਛੋਟੀ ਛੋਟੀਆਂ ਛੇਦ ਪੋਰਸ ਹੁੰਦੇ ਨੇ, ਛੇਦ ਹੁੰਦੇ ਨੇ ਜਿਹਨੂੰ ਉਹ ਆਪਣੇ ਅੰਦਰ ਸੋਖ ਲੈਂਦੀ ਆ, ਠੀਕ ਹੈ। these pores are surrounded by guard cells। ਹੁਣ ਜਿਹੜੀਆਂ ਇਹ pores ਨੇ, ਠੀਕ ਹੈ, ਜਿਹੜੇ ਛੋਟੇ ਛੋਟੇ ਛੇਦ ਹੁੰਦੇ ਨੇ ਉਹ ਕਿਹਦੇ ਦੁਆਰਾ ਪ੍ਰੋਟੈਕਟ ਕੀਤੀਆਂ ਜਾਂ ਸਰਾਊਂਡ ਮਤਲਬ ਘਿਰੀਆਂ ਹੁੰਦੀਆਂ ਨੇ, ਗਾਰਡ ਸੈਲਸ ਦੁਆਰਾ। such pores are called stomata। ਇਹਨੂੰ pores ਨੂੰ ਕਿਆ ਕਹਿੰਦੇ ਨੇ, ਸਟੋਮੈਟਾ ਕਹਿੰਦੇ ਨੇ। ਹੁਣ ਪਹਿਲਾਂ ਥੋੜਾ ਜਿਹਾ ਪੈਰਾ ਦਿੱਤਾ ਹੋਇਆ ਤੁਹਾਨੂੰ ਸੈਲਸ ਬਾਰੇ ਦਿੱਤਾ ਹੋਇਆ, ਠੀਕ ਹੈ। ਜਿਹੜਾ ਆਪਾਂ ਗਾਰਡ ਸੈਲ ਪੜ੍ਹਿਆ ਹੈ ਉਹਦੇ ਬਾਰੇ ਦਿੱਤਾ ਹੋਇਆ, ਉਹਨੂੰ ਰੀਡ ਕਰਦੇ ਹਾਂ। okay, you have seen that buildings are made of bricks। bricks ਹੁੰਦੀਆਂ ਨੇ ਇੱਟਾਂ, ਠੀਕ ਹੈ। ਵੀ ਜਿਹੜੀਆਂ ਬਿਲਡਿੰਗਸ ਹੁੰਦੀਆਂ ਨੇ ਉਹ ਕਿਹਦੇ ਨਾਲ ਬਣੀਆਂ ਹੁੰਦੀਆਂ ਨੇ, ਇੱਟਾਂ ਦੇ ਨਾਲ ਬਣੀਆਂ ਹੁੰਦੀਆਂ। similarly bodies of living organisms are made of tiny units called cells। ਉਸੇ ਤਰ੍ਹਾਂ ਕਹਿੰਦੇ ਜਿਹੜੇ ਆਪਣੇ ਲਿਵਿੰਗ ਆਰਗੇਨਿਜ਼ਮਸ ਨੇ, ਕੋਈ ਵੀ ਲਿਵਿੰਗ ਆਰਗੇਨਿਜ਼ਮ ਆ ਉਹਦੀ ਬੋਡੀ ਜਿਹੜੀ ਹੁੰਦੀ ਆ ਉਹ ਕਾਹਦੇ ਨਾਲ ਬਣੀ ਹੁੰਦੀ ਹੈ, ਛੋਟੇ ਛੋਟੇ ਟਾਈਨੀ ਯੂਨਿਟਸ, ਠੀਕ ਹੈ। ਛੋਟੀ ਛੋਟੀ ਯੂਨਿਟਸ ਦੇ ਨਾਲ ਬਣੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਸੈੱਲ। ਇਹ ਮਤਲਬ ਇੱਕ ਦੂਸਰੇ ਨਾਲ ਇੰਟਰਕਨੈਕਟਡ ਹੁੰਦੀਆਂ ਨੇ। ਓਕੇ, ਸੈਲਸ ਕੈਨ ਬੀ ਸੀਨ ਓਨਲੀ ਅੰਡਰ ਦਾ ਮਾਈਕਰੋਸਕੋਪ। ਹੁਣ ਸੈੱਲਾਂ ਨੂੰ ਕਿਹਦੇ ਦੁਆਰਾ ਦੇਖਿਆ ਜਾ ਸਕਦਾ, ਸਿਰਫ ਔਰ ਸਿਰਫ ਮਾਈਕਰੋਸਕੋਪ ਦੇ ਦੁਆਰਾ। ਸਮ ਆਰਗੇਨਿਜ਼ਮਸ ਆਰ ਮੇਡ ਆਫ ਓਨਲੀ ਵਨ ਸੈੱਲ। ਕੁਝ ਆਰਗੇਨਿਜ਼ਮਸ ਕਹਿੰਦੇ ਇੱਦਾਂ ਦੇ ਵੀ ਹੁੰਦੇ ਨੇ ਜਿਹੜੇ ਸਿਰਫ ਇੱਕ ਸੈੱਲ ਦੇ ਨਾਲ ਹੀ ਬਣੇ ਹੁੰਦੇ ਆ। the cell is enclosed by a thin outer boundary called the cell membrane। ਹੁਣ ਕਹਿੰਦਾ ਜੀ ਇਹ ਸੈੱਲ ਆ ਜਿਹੜਾ ਉਹ ਕਿਹਦੇ ਵਿੱਚ ਬੰਦ ਹੁੰਦਾ,
एनक्लोज्ड ਹੁੰਦਾ ਬੰਦ ਹੋਣਾ, ਠੀਕ ਹੈ। ਕਿਹਦੇ ਵਿੱਚ ਬੰਦ ਹੁੰਦਾ? ਥਿਨ ਆਊਟਰ ਬਾਉਂਡਰੀ, ਪਤਲੀ ਜੀ ਮਤਲਬ ਲੇਅਰ ਹੁੰਦੀ ਆ, ਠੀਕ ਹੈ, ਬਾਉਂਡਰੀ ਹੁੰਦੀ ਆ, ਉਹਦੇ ਵਿੱਚ ਇਹ ਬੰਦ ਹੁੰਦਾ, ਜਿਹਨੂੰ ਸੈੱਲ ਮੈਂਬਰੇਨ ਕਿਹਾ ਜਾਂਦਾ ਹੈ। ਮੋਸਟ ਸੈਲਸ ਹੈਵ ਅ ਡਿਸਟਿੰਕਟ ਸੈਂਟਰਲੀ ਲੌਗਡ spherical structure called nucleus। ਹੁਣ ਜੀ ਜਿਵੇਂ ਆਹ ਸਾਰੇ ਹੋ ਗਏ, ਆਹ ਸਾਰੇ ਕੀ ਆਏ ਨੇ, ਇੱਕ ਦੂਸਰੇ ਦੇ ਨਾਲ ਜੁੜੇ ਹੋਏ ਨੇ ਨਾ, ਆਹ ਚੀਜ਼, ਓਕੇ। ਤਾਂ ਹੁਣ ਆਹ ਸੈਲ ਮੈਂਬਰੇਨ ਹੋ ਗਈ, ਆਹ ਹੋ ਗਿਆ ਜੀ ਤੁਹਾਡਾ ਕਾਈਟੋਪਲਾਜ਼ਮ ਐਂਡ ਨਿਊਕਲੀਅਸ, ਓਕੇ। ਤਾਂ ਹੁਣ ਜਿਹੜੇ ਸੈੱਲ ਹੁੰਦੇ ਨੇ ਉਹ ਕੀ ਹੁੰਦੇ ਨੇ, ਜ਼ਿਆਦਾਤਰ ਸੈੱਲ ਜਿਹੜੇ ਹੁੰਦੇ ਨੇ ਸੈਂਟਰਲੀ ਲੋਕੇਟਡ ਹੁੰਦੇ ਨੇ, ਵਿੱਚ ਯਾਨੀ ਸੈਂਟਰ ਦੇ ਵਿੱਚ ਲੋਕੇਟ ਹੁੰਦੇ ਨੇ, ਤੇ ਸਫੈਰੀਕਲ ਸਟਰਕਚਰ ਹੁੰਦਾ ਹੈ ਉਹਨਾਂ ਦਾ, ਜਿਹਨੂੰ ਕਿਆ ਕਹਿੰਦੇ ਆ ਆਪਾਂ, ਨਿਊਕਲੀਅਸ ਕਹਿੰਦੇ ਆ। ਦਸ ਨਿਊਕਲੀਅਸ, ਦ ਨਿਊਕਲੀਅਸ ਇਜ਼ ਸਰਾਊਂਡਡ ਬਾਈ ਅ ਜੈਲੀ ਲਾਈਕ ਸਬਸਟੈਂਸ ਕਾਲਡ ਸਾਈਟੋਪਲਾਜ਼ਮ। ਹਾਂਜੀ, ਹੁਣ ਇਹ ਜਿਹੜਾ ਨਿਊਕਲੀਅਸ ਆ ਉਹ ਕਿਹਦੇ ਦੁਆਰਾ, ਇੱਕ ਜੈਲੀ ਲਾਈਕ ਸਬਸਟੈਂਸ ਹੁੰਦਾ, ਇੱਕ ਜੈਲੀ ਦੇ ਵਾਂਗੂ ਪਦਾਰਥ ਹੁੰਦਾ ਹੈ ਜਿਹੜਾ ਕਿ ਇਹਨੂੰ ਨਿਊਕਲੀਅਸ ਨੂੰ ਘੇਰ ਕੇ ਰੱਖਦਾ ਹੈ, ਓਕੇ। ਤੇ ਉਹਨੂੰ ਕਿਆ ਕਹਿੰਦੇ ਨੇ, ਸਾਈਟੋਪਲਾਜ਼ਮ, ਓਕੇ। ਹੁਣ ਆ ਜਾਓ ਜੀ ਆਪਣੇ ਚੈਪਟਰ ਤੇ। ਵਾਟਰ ਐਂਡ ਮਿਨਰਲਸ ਆਰ ਟਰਾਂਸਪੋਰਟਡ ਟੂ ਦ ਲੀਵਸ। ਜਿਹੜਾ ਪਾਣੀ ਤੇ ਮਿਨਰਲ ਨੇ ਉਹ ਲੀਵਸ ਦੇ ਵਿੱਚ ਟਰਾਂਸਪੋਰਟ ਹੁੰਦੇ ਨੇ ਕਿ ਬਾਏ ਦਾ ਵੈਸਲਸ ਵਿਚ ਰਨ ਲਾਈਕ ਪਾਈਪਸ ਥਰੂ ਆਊਟ ਦਾ ਰੂਟਸ, ਦਾ ਸਟੈਮ ਐਂਡ ਦਾ ਬ੍ਰਾਂਚਿਸ ਐਂਡ ਦਾ ਲੀਵਸ। ਹਾਂਜੀ, ਹੁਣ ਦੇਖਿਆ ਹੋਊਗਾ ਤੁਸੀਂ ਪੱਤਿਆਂ ਤੇ ਰਜੇ ਜਿਵੇਂ ਉਹ ਵਿੱਚ ਲਾਈਨਾਂ ਜਿਹੀਆਂ ਪਈਆਂ ਹੁੰਦੀਆਂ ਨੇ ਨਾ, ਓਕਣ ਆਹ ਚੀਜ਼ ਐਵੇਂ, ਠੀਕ ਹੈ। ਵੀ ਇਹ ਜਿਹੜੀਆਂ ਕਿਆ ਹੁੰਦੀਆਂ ਨੇ, ਇਹ ਪਾਈਪਸ ਦਾ ਕੰਮ ਕਰਦੀਆਂ ਨੇ, ਵੈਸਲਸ ਪਤਲੀਆਂ ਪਤਲੀਆਂ ਜਿਵੇਂ ਆਪਣੇ ਨਾੜਾਂ ਹੁੰਦੀਆਂ ਨੇ ਨਾ, ਵੀ ਜਿਹਦੇ ਵਿੱਚ ਬਲੱਡ ਫਲੋ ਹੁੰਦਾ ਹੈ ਆਪਣਾ, ਉਕਣੇ ਪੱਤਿਆਂ ਦੇ ਵਿੱਚ ਵੀ ਇਕਣੇ ਨਾੜਾਂ ਬਣੀਆਂ ਹੁੰਦੀਆਂ ਨੇ, ਜਿਹੜਾ ਕਾਹਦਾ ਕੰਮ ਕਰਦੀਆਂ ਨੇ, ਪਾਈਪਸ ਦਾ ਕੰਮ ਕਰਦੀਆਂ ਨੇ। ਤੇ ਜਿਹੜਾ ਸੋਇਲ ਤੋਂ ਮਿਨਰਲ ਤੇ ਵਾਟਰ ਪਲਾਂਟ ਨੂੰ ਮਿਲਦਾ ਹੈ, ਉਹ ਕਿੱਥੇ ਤੱਕ ਪਹੁੰਚਾਉਂਦੀਆਂ ਨੇ, ਉਹ ਵਾਟਰ ਤੇ ਮਿਨਰਲ ਨੂੰ ਲੀਵਸ ਤੱਕ, ਓਕੇ ਜੀ। They form a continuous path or passage for the nutrients to reach the leaves। ਜੋ ਇੱਕ ਕਹਿੰਦੇ ਨੇ continuous path ਹੁੰਦਾ ਜੀ, ਜਿਹੜਾ ਲਗਾਤਾਰ ਜਿੱਥੇ ਆਵਾਜਾਈ ਚੱਲਦੀ ਰਹੇ, ਠੀਕ ਹੈ, ਵੀ ਲਗਾਤਾਰ ਆਉਣ ਜਾਣ, ਵੀ ਇੱਕ ਰਸਤੇ ਦਾ ਕੰਮ ਕਰਦਾ ਹੈ ਜਿਹੜਾ ਲਗਾਤਾਰ ਚੱਲਦਾ ਰਹਿੰਦਾ ਹੈ, ਵੀ ਕਿਉਂ, ਤਾਂ ਕਿ ਜਿਹੜਾ ਨਿਊਟਰੀਐਂਟਸ ਨੇ ਉਹਨੂੰ ਚਾਹੀਦੇ ਨੇ ਉਹ ਪੱਤਿਆਂ ਤੱਕ ਪਹੁੰਚ ਸਕੇ, ਤਾਂ ਕਿ ਉਹ ਆਪਣਾ ਭੋਜਨ ਬਣਾ ਸਕਣ ਪਲਾਂਟਸ। You will learn about transport of materials in plant in chapter। ਹਾਂਜੀ, ਉਹ ਕਹਿ ਰਹੇ ਚੈਪਟਰ 11 ਦੇ ਵਿੱਚ ਤੁਸੀਂ ਇਸ ਚੀਜ਼ ਬਾਰੇ ਪੜ੍ਹੋਗੇ, ਟਰਾਂਸਪੋਰਟੇਸ਼ਨ ਜਿਹੜੇ ਪਲਾਂਟਸ ਦੇ ਵਿੱਚ ਹੁੰਦੀ ਆ। ਨੈਕਸਟ ਆ ਗਿਆ, the leaves have a green pigment called chlorophyll। ਹਾਂਜੀ, ਹੁਣ ਲੀਵਸ ਦੇ ਵਿੱਚ ਇੱਕ ਗ੍ਰੀਨ ਕਲਰ ਦਾ ਪਦਾਰਥ ਹੁੰਦਾ ਜੀ, ਪਿਗਮੈਂਟੇਸ਼ਨ ਹੁੰਦੀ ਆ, ਜਿਹਨੂੰ ਕਹਿੰਦੇ ਨੇ ਕਲੋਰੋਫਿਲ। ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਓਕੇ। ਇਟ ਹੈਲਪਸ ਲੀਵ ਟੂ ਕੈਪਚਰ ਦਾ ਐਨਰਜੀ ਆਫ ਦਾ ਸਨਲਾਈਟ। ਇਹ ਕਾਹਦੇ ਵਿੱਚ ਹੈਲਪ ਕਰਦਾ ਕਲੋਰੋਫਿਲ ਪਲਾਂਟਸ ਨੂੰ, ਤਾਂ ਕਿ ਇਹ ਸੂਰਜ ਤੋਂ ਐਨਰਜੀ ਲੈ ਸਕੇ। ਦਿਸ ਐਨਰਜੀ ਇਜ਼ ਯੂਜ਼ਡ ਟੂ ਸਿੰਥੇਸਾਈਜ਼ ਫੂਡ ਫਰੋਮ ਕਾਰਬਨ ਡਾਈਆਕਸਾਈਡ ਐਂਡ ਵਾਟਰ। ਵੀ ਜਿਹੜੀ ਇਹ ਐਨਰਜੀ ਆ ਕਿਹਦੇ ਵਿੱਚ ਯੂਜ਼ ਕੀਤੀ ਜਾਂਦੀ ਆ, ਤਾਂ ਕਿ ਆਪਣਾ ਭੋਜਨ ਆ ਜਿਹੜਾ ਉਹ ਕਾਰਬਨ ਡਾਈਆਕਸਾਈਡ ਤੇ ਵਾਟਰ ਦੁਆਰਾ ਬਣਾ ਸਕਣ। Since the photosynthesis of food occurs in the presence of sunlight, it is called photosynthesis। ਕਹਿੰਦਾ ਕਿਉਂਕਿ ਜਿਹੜਾ ਇਹ ਪ੍ਰੋਸੈਸ ਆ ਸਨਲਾਈਟ ਦੇ ਵਿੱਚ ਹੁੰਦਾ ਨਾ, ਸੂਰਜ ਦੀ ਰੋਸ਼ਨੀ ਦੀ ਪ੍ਰੈਜ਼ੈਂਸ ਦੇ ਵਿੱਚ ਹੋ ਸਕਦਾ, ਇਸੇ ਕਰਕੇ ਇਹਨੂੰ ਫੋਟੋਸਿੰਥੇਸਿਸ ਕਹਿੰਦੇ ਨੇ, ਓਕੇ। ਸੋ ਵੀ ਫਾਈਂਡ ਦੈਟ ਕਲੋਰੋਫਿਲ, ਇਸ ਕਰਕੇ ਤਾਂ ਪਤਾ ਲੱਗਿਆ ਆਪਾਂ ਨੂੰ ਵੀ ਜਿਹੜੀ ਕਲੋਰੋਫਿਲ ਹੈ, ਸਨਲਾਈਟ ਆ, ਕਾਰਬਨ ਡਾਈਆਕਸਾਈਡ ਆ ਐਂਡ ਵਾਟਰ ਆ, ਉਹ ਕਿਆ ਹੈ, ਫੋਟੋਸਿੰਥੇਸਿਸ ਦੇ ਪ੍ਰੋਸੈਸ ਨੂੰ ਕਰਨ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਨੇ। ਇਟ ਇਜ਼ ਅ ਯੂਨੀਕ ਪ੍ਰੋਸੈਸ ਔਨ ਦਾ ਅਰਥ। ਵੀ ਇਹ ਇੱਕ ਤਰ੍ਹਾਂ ਦਾ ਬਹੁਤ ਯੂਨੀਕ ਅਲੱਗ ਤਰ੍ਹਾਂ ਦਾ ਪ੍ਰੋਸੈਸ ਹੈ ਜਿਹੜਾ ਧਰਤੀ 'ਤੇ ਹੁੰਦਾ ਹੈ। ਦ ਸੋਲਰ ਐਨਰਜੀ ਇਜ਼ ਕੈਪਚਰਡ ਬਾਏ ਦ ਲੀਵਸ। ਜਿਹੜੀ ਸੂਰਜ ਦੀ ਰੋਸ਼ਨੀ ਹੁੰਦੀ ਹੈ, ਸੋਲਰ ਐਨਰਜੀ ਹੁੰਦਾ ਸੂਰਜ ਦੀ ਰੋਸ਼ਨੀ ਜਾਂ ਸੂਰਜ ਦੀ ਜਿਹੜੀ ਐਨਰਜੀ ਆ, ਉਹ ਪੱਤੇ ਆਪਣੇ ਅੰਦਰ ਸੋਖ ਲੈਂਦੇ ਆ ਜਾਂ ਉਹਨਾਂ ਨੂੰ ਕੈਪਚਰ ਕਰਦੇ ਨੇ, ਐਂਡ ਸਟੋਰਡ ਇਨ ਦ ਪਲਾਂਟ ਟੂ ਫਾਰਮ ਫੂਡ। ਅਤੇ ਉਹਨੂੰ ਆਪਣੇ ਅੰਦਰ ਸਟੋਰ ਕਰ ਲੈਂਦੇ ਨੇ, ਜਮ੍ਹਾਂ ਕਰ ਲੈਂਦੇ ਨੇ, ਕਾਹਦੇ ਵਾਸਤੇ, ਤਾਂ ਕਿ ਉਹ ਭੋਜਨ ਬਣਾ ਸਕਣ, ਓਕੇ। ਹੁਣ ਆ ਗਈ ਜੀ ਡੈਫੀਨੇਸ਼ਨ ਫੋਟੋਸਿੰਥੇਸਿਸ ਦੀ। sun is the not a definition, okay, important point are rahe hain। The sun is the ultimate source of energy for all living organism। ultimate ਹੁੰਦਾ ਜੀ ਅੰਤਿਮ, ਐਂਡ ਸੋਰਸ ਕਹਿ ਦਿੰਦੇ ਆ ਜਿਹਨੂੰ, ਠੀਕ ਹੈ ਜੀ। ਵੀ ਇਹ ਕੀ ਹੈ, ਇੱਕ ਅੰਤਿਮ ਸੋਰਸ ਹੈ ਐਨਰਜੀ ਦਾ
सारे ऑर्गेनिजम्स वास्ते। ओके, कैन यू इमेजिन लाइफ ऑन अर्थ इन द एबसेंस ऑफ फोटोसिंथेसिस? कहता कि तुसी फोटोसिंथेसिस तो बिना धरती ते लाइफ है जिहड़ी वो इमेजिन कर सकते हो। इन द अबव एबसेंस, इन द एबसेंस ऑफ फोटोसिंथेसिस देयर वुड नॉट बी एनी फूड। भी जे फोटोसिंथेसिस का प्रोसैस नहीं होगा तो कोई भी भोजन नहीं होगा धरती के उपर। द सर्वाइवल ऑफ ऑलमोस्ट ऑल लिविंग ऑर्गेनिजम डायरैक्टली और इनडायरैक्टली डिपेंड्स ऑन द फूड मेड बाय द प्लांट्स। हुण कहंदा जी जिहड़े सर्वाइवल दा मीनिंग हुंदा जिहड़ी बचाव, भी जिहड़े सारे ऑर्गेनिजम्स ने वो डायरैक्टली ते इनडायरैक्टली, डायरैक्टली या इनडायरैक्टली जिहड़ा भोजन बनाया जाता प्लांट्स द्वारा ਉਹਦੇ ਤੇ बेस ते ही अपना बचाव करते हैं। ठीक है, प्लांट्स तो जो भोजन मिलता ਉਹਦੇ ਨਾਲ ही बचे हुए हैं ना ਆਪਾਂ। ठीक है, बिसाइड्स ऑक्सीजन विच इज़ एसेंशियल फॉर सर्वाइवल of all living organisms is produced during photosynthesis। ਹੁਣ ਉਸ ਤੋਂ ਬਾਅਦ ਕਹਿੰਦਾ ਜਿਹੜੀ ਆਕਸੀਜਨ ਆ ਸਾਰਿਆਂ ਵਾਸਤੇ ਜ਼ਰੂਰੀ ਹੈ ਨਾ, ਆਕਸੀਜਨ नहीं होगी तो ਆਪਾਂ ਜਿਉਂਦੇ ਹੀ नहीं रह सकते। ओके, ਹੁਣ ਜਿਹੜੀ ਆਕਸੀਜਨ ਆ ਕਹਿੰਦਾ ਜਿਹੜੇ ਸਾਰੇ ਲਿਵਿੰਗ ऑर्गेनिजम्स वास्ते बहुत ज़्यादा ਜ਼ਰੂਰੀ ਆ, ਇਹ ਵੀ ਕਦੋਂ ਪ੍ਰੋਡਿਊਸ ਹੁੰਦੀ ਆ? ਜਦੋਂ ਫੋਟੋਸਿੰਥੇਸਿਸ ਦਾ ਪ੍ਰੋਸੈਸ ਹੁੰਦਾ ਹੈ। In the absence of photosynthesis, life would be impossible on earth। ਹੁਣ ਕਹਿੰਦਾ ਜੇ ਫੋਟੋਸਿੰਥੇਸਿਸ ਦਾ ਪ੍ਰੋਸੈਸ ਨਹੀਂ ਹੋਊਗਾ ਤਾਂ ਧਰਤੀ ਤੇ ਲਾਈਫ ਆ ਜਿਹੜੀ ਇੱਕ ਤਰ੍ਹਾਂ ਦੀ ਨਾ ਦੇ ਬਰਾਬਰ ਹੋ ਚੁੱਕੀ, ਇੰਪੋਸੀਬਲ ਹੋ ਜਾਏਗਾ। During photosynthesis, chlorophyll containing cells of leaves in the presence of sunlight use carbon dioxide and water to synthesize carbohydrate। ਹੁਣ ਜੀ ਉਹ ਕਹਿ ਰਿਹਾ ਹੈ ਜਦੋਂ ਫੋਟੋਸਿੰਥੇਸਿਸ ਦਾ ਪ੍ਰੋਸੈਸ ਹੁੰਦਾ ਹੈ ਜਿਹੜੇ ਕਲੋਰੋਫਿਲ ਦੇ ਵਿੱਚ ਸੈਲਸ ਹੁੰਦੇ ਨੇ, ਓਕੇ, ਆਫ ਲੀਵਸ, ਓਕੇ, ਇਨ ਦਾ ਪ੍ਰੈਜ਼ੈਂਸ ਆਫ ਸਨਲਾਈਟ, ਵੀ ਹੁਣ ਉਹ ਸਨਲਾਈਟ ਦੇ ਜਦੋਂ ਉਹ ਪੱਤਿਆਂ ਦੇ ਉੱਤੇ ਸਨਲਾਈਟ ਪੈਂਦੀ ਆ ਤਾਂ ਕਲੋਰੋਫਿਲ ਦੇ ਜਿਹੜੇ ਵਿੱਚ ਸੈੱਲ ਹੁੰਦੇ ਨੇ ਉਹ ਕੀ ਕਰਦੇ ਨੇ? ਕਾਰਬਨ ਡਾਈਆਕਸਾਈਡ ਤੇ ਵਾਟਰ ਨੂੰ ਯੂਜ਼ ਕਰਦੇ ਨੇ ਕਾਹਦੇ ਵਾਸਤੇ? ਟੂ ਸਿੰਥੇਸਾਈਜ਼ ਕਾਰਬੋਹਾਈਡਰੇਟ, ਵੀ ਕਾਰਬੋਹਾਈਡਰੇਟ ਨੂੰ ਬਣਾਉਣ ਵਾਸਤੇ। The process can be represented at equation, ਆ ਇਕੁਏਸ਼ਨ ਦੇ ਥਰੂ, ਠੀਕ ਹੈ, ਇਹਨੂੰ ਆਪਾਂ ਡਿਫਾਈਨ ਕਰ ਸਕਦੇ ਹਾਂ। ਜਿਵੇਂ ਕਾਰਬਨ ਡਾਈਆਕਸਾਈਡ ਆ ਤੇ ਜਦੋਂ ਵਾਟਰ ਹੁੰਦਾ ਹੈ, ਓਕੇ, ਉਹਦੇ ਤੇ ਸਨਲਾਈਟ ਤੇ ਕਲੋਰੋਫਿਲ, ਜਦੋਂ ਸਨਲਾਈਟ ਪੈਂਦੀ ਆ ਤੇ ਕਲੋਰੋਫਿਲ ਦੇ ਵਿੱਚ ਜਿਹੜੇ ਸੈੱਲ ਹੁੰਦੇ ਨੇ ਉਹ ਐਕਟਿਵ ਹੋ ਜਾਂਦੇ ਨੇ। ਉਹਨੂੰ ਕਿਹਨੂੰ ਯੂਜ਼ ਕਰਦੇ ਨੇ? ਕਾਰਬਨ ਡਾਈਆਕਸਾਈਡ ਤੇ ਵਾਟਰ ਨੂੰ ਯੂਜ਼ ਕਰਕੇ ਕਿਆ ਚੀਜ਼ ਬਣਾਉਂਦੇ ਨੇ? ਕਾਰਬੋਹਾਈਡਰੇਟ ਐਂਡ ਆਕਸੀਜਨ। ਓਕੇ, ਨੈਕਸਟ ਆ ਗਿਆ ਜੀ, ਡਿਊਰਿੰਗ ਦਾ ਪ੍ਰੋਸੈਸ ਆਕਸੀਜਨ ਇਜ਼ ਰਿਲੀਜ਼ਡ। ਇਸ ਪ੍ਰੋਸੈਸ ਦੇ ਵਿੱਚ ਜਿਹੜੀ ਆਕਸੀਜਨ ਆ ਉਹ ਰਿਲੀਜ਼ ਕਰ ਦਿੱਤੀ ਜਾਂਦੀ ਆ ਤੇ ਜਿਹੜੀ ਕਾਰਬੋਹਾਈਡਰੇਟ ਆ ਉਹ ਕਨਵਰਟ ਹੋ ਜਾਂਦੀ ਆ, ਬਦਲ ਜਾਂਦੀ ਆ ਸਟਾਰਚ ਦੇ ਵਿੱਚ। ਠੀਕ ਹੈ, the presence of starch in leaves indicate the occurrence of photosynthesis। ਹੁਣ ਜੀ ਜਦੋਂ ਪੱਤਿਆਂ ਦੇ ਵਿੱਚ ਕਹਿੰਦਾ ਸਟਾਰਚ ਹੋਵੇ ਨਾ ਤਾਂ ਸਮਝ ਲੈਣਾ ਚਾਹੀਦਾ ਵੀ ਉਦੋਂ ਫੋਟੋਸਿੰਥੇਸਿਸ ਦਾ ਜਿਹੜਾ ਪ੍ਰੋਸੈਸ ਆ ਉਹ ਹੋ ਚੁੱਕਿਆ। The starch is also carbohydrate। ਜਿਹੜੀ ਸਟਾਰਚ ਆ ਉਹ ਇੱਕ ਤਰ੍ਹਾਂ ਦੀ ਕੀ ਹੁੰਦੀ ਆ? ਕਾਰਬੋਹਾਈਡਰੇਟ ਹੁੰਦੀ ਆ। ਹੁਣ ਜੇ ਆ ਗਈ ਤੁਹਾਡੀ ਐਕਟੀਵਿਟੀ, ਇਹਦੇ ਵਿੱਚ ਦੱਸਿਆ ਹੋਇਆ ਤੁਸੀਂ ਸੇਮ ਤਰ੍ਹਾਂ ਦੇ ਪੱਤੇ ਆ ਜਿਹੜੇ ਸੇਮ ਤਰ੍ਹਾਂ ਦੇ ਜਿਹੜੇ ਪਲਾਂਟਸ ਨੇ ਉਹ ਲੈਣੇ ਨੇ। ਇੱਕ ਨੂੰ ਆਪਾਂ ਡਾਰਕ रूम बॉक्स ਦੇ ਵਿੱਚ ਰੱਖ ਦਿਓ ਜਾਂ ਰੂਮ ਦੇ ਵਿੱਚ ਰੱਖ ਦਿਓ for 72 hours। ਠੀਕ ਹੈ ਜੀ, the other in the sunlight, ਦੂਸਰੇ ਨੂੰ ਰੱਖਣਾ ਹੈ ਸਨਲਾਈਟ ਦੇ ਵਿੱਚ। perform iodine test with the leaves of both the plants as you did in class 6। ਹੁਣ ਜੀ ਦੋਨੋਂ ਜਿਹੜੇ ਪਲਾਂਟਸ ਨੇ ਉਹਨਾਂ ਦੇ ਪੱਤਿਆਂ ਦੇ ਨਾਲ ਤੁਸੀਂ ਆਇਓਡੀਨ ਟੈਸਟ ਕਰਨਾ ਹੈ। ਤੁਸੀਂ ਕਲਾਸ 6 ਦੇ ਵਿੱਚ ਜਿਹੜਾ ਕੀਤਾ ਸੀਗਾ। ਰਿਕਾਰਡ ਯੂਰ ਰਿਜ਼ਲਟਸ, ਤੇ ਆਪਣੇ ਜਿਹੜੇ ਰਿਜ਼ਲਟਸ ਨੇ ਉਹ ਤੁਸੀਂ ਲਿਖਣੇ ਆ। ਨਾਓ ਲੀਵ ਦਾ ਪੋਟ ਵਿਚ ਵਾਜ਼ ਅਰਲੀਅਰ ਕੈਪਟ ਇਨ ਦਾ ਡਾਰਕ in the sunlight for 3-4 days and perform the iodine test again on its leaves। ਹੁਣ ਕਹਿੰਦਾ ਵੀ ਜਿਹੜਾ ਤੁਸੀਂ ਡਾਰਕ ਬਾਕਸ ਦੇ ਵਿੱਚ ਜਿਹੜਾ ਪੋਟ ਰੱਖਿਆ ਸੀ ਪਲਾਂਟ ਦਾ ਉਹਨੂੰ ਬਾਹਰ ਕੱਢ ਲਓ, ਸਨਲਾਈਟ ਦੇ ਵਿੱਚ ਰੱਖੋ 3-4 ਡੇਜ਼ ਵਾਸਤੇ ਤੇ ਦੁਬਾਰਾ ਉਹਦੇ ਤੇ ਆਇਓਡੀਨ ਟੈਸਟ ਕਰੋ ਤੇ ਹੁਣ ਤੁਸੀਂ ਆਪਣਾ ਜਿਹੜਾ ਆਬਜ਼ਰਵੇਸ਼ਨ ਆ ਉਹ ਦੁਬਾਰਾ ਰਿਕਾਰਡ ਕਰੋ। ਓਕੇ, the leaves other than green also have chlorophyll। ਹੁਣ ਕਹਿੰਦਾ ਜੀ ਜਿਹੜੇ ਪੱਤੇ ਇੱਕ ਤਾਂ ਹੁੰਦੇ ਆ ਵੀ ਗ੍ਰੀਨ ਪੱਤੇ ਹੁੰਦੇ ਆ ਉਹਨਾਂ ਦੇ ਵਿੱਚ ਕਲੋਰੋਫਿਲ ਹੁੰਦਾ ਹੈ। ਕਹਿੰਦੇ ਜਿਹੜੇ ਗ੍ਰੀਨ ਨਹੀਂ ਵੀ ਹੁੰਦੇ, ਫੋਰ ਐਗਜ਼ਾਮਪਲ ਆ ਤੁਹਾਨੂੰ ਪਿਕਚਰ ਦਿੱਤੀ ਹੋਈ ਹੈ ਨਾ, ਕੋਈ ਕਿਸੇ ਕਲਰ ਦਾ ਕੋਈ ਪਿਗਮੈਂਟਡ ਜਾਏ, ਇਹ ਹਲਕਾ ਗ੍ਰੀਨ ਹੈ, ਇਹਦੇ ਵਿੱਚ ਵੀ ਕਲਰਸ ਜਿਹੇ ਹੈ ਨਾ, ਆ ਹੋਰੇ ਕਲਰ ਦਾ ਹੈ
ਪਰਪਲਿਸ਼ ਜਿਹਾ। ਓਕੇ ਵੀ ਜਿਹੜੇ ਗ੍ਰੀਨ ਕਲਰ ਦੇ ਨਹੀਂ ਹੁੰਦੇ ਉਹਨਾਂ ਦੇ ਵਿੱਚ ਵੀ ਕਲੋਰੋਫਿਲ ਹੈ ਜਿਹੜਾ ਉਹ ਪਾਇਆ ਜਾਂਦਾ ਹੈ। ਦਾ ਲਾਰਜ ਅਮਾਊਂਟ ਆਫ ਰੈੱਡ, ਬਰਾਊਨ ਐਂਡ ਅਦਰ ਪਿਗਮੈਂਟਸ ਮਾਸਕ ਦਾ ਗ੍ਰੀਨ ਕਲਰ। ਫੋਟੋਸਿੰਥੇਸਿਸ ਟੇਕ ਪਲੇਸ ਇਨ ਥੀਸ ਲੀਵਸ ਆਲਸੋ। ਹੁਣ ਜੀ ਕਹਿੰਦੇ ਜਿਹੜੇ ਲਾਰਜ ਅਮਾਊਂਟ ਦੇ ਵਿੱਚ ਰੈੱਡ, ਬਰਾਊਨ ਜਾਂ ਹੋਰ ਜਿਹੜੇ ਪਿਗਮੈਂਟਡ ਉਹ ਹੁੰਦੇ ਨੇ ਗ੍ਰੀਨ ਕਲਰ ਦੇ ਉੱਪਰ ਮਾਸਕ ਜਾਂ ਜਿੱਕਣ ਆ ਜਾਂਦਾ ਹੈ। ਓਕੇ, ਗ੍ਰੀਨ ਕਲਰ ਨੂੰ ਹਾਈਡ ਕਰ ਲੈਂਦੇ ਆ, ਬਟ ਉਹਦੇ ਵਿੱਚ ਵੀ ਫੋਟੋਸਿੰਥੇਸਿਸ ਦਾ ਜਿਹੜਾ ਪ੍ਰੋਸੈਸ ਆ ਉਹ ਹੁੰਦਾ ਹੈ। You often see slimy green patches in ponds or in other stagnant water bodies। ਹੁਣ ਕਹਿੰਦੇ ਜੀ ਤੁਸੀਂ ਖੜੇ ਹੋਏ ਪਾਣੀ ਦੇ ਵਿੱਚ ਜਾਂ ਟੋਬਿਆਂ ਵਗੈਰਾ ਦੇ ਵਿੱਚ ਇੱਕ ਗ੍ਰੀਨ ਕਲਰ ਦਾ ਪੈਚ ਜੇ ਦੇਖਦੇ ਹੋ ਨਾ, ਜਿਵੇਂ ਪੈਚ ਜੇ ਬਣੇ ਹੁੰਦੇ ਆ, ਜਿਵੇਂ ਜਿਹਨੂੰ ਆਪਾਂ ਕਾਈ ਦੀ ਤਰ੍ਹਾਂ ਕਹਿ ਦਿੰਦੇ ਹਰੇ ਹਰੇ ਜਿਹੇ ਹੁੰਦੇ ਆ। ਓਕੇ, ਸਲਾਈਮੀ ਜਿਹਾ ਹੁੰਦਾ ਹੈ, ਸਲਾਈਮੀ ਲਾਈਕ ਜਿਵੇਂ ਚਿਪਚਿਪੀ ਜੀ ਹੁੰਦੀ ਹੈ, ਠੀਕ ਹੈ, ਓਕਣ। These are generally formed by the growth of organisms called algae। ਹੁਣ ਜੀ ਇਹ ਜਿਹੜੇ ਗ੍ਰੀਨ ਪੈਚਸ ਤੇ ਸਲਾਈਮੀ ਜਿਹੇ ਤਰ੍ਹਾਂ ਦਾ ਸਬਸਟੈਂਸ ਹੁੰਦਾ ਹੈ ਖੜੇ ਹੋਏ ਪਾਣੀ ਦੇ ਵਿੱਚ ਜਾਂ ਟੋਬਿਆਂ ਵਗੈਰਾ ਦੇ ਵਿੱਚ, ਇਹ ਕਿਉਂ ਹੁੰਦਾ ਹੈ? ਕਿਉਂਕਿ ਉਹਦੇ ਵਿੱਚ ਇੱਕ ਐਲਗੇ ਨਾਮ ਦਾ ਆਰਗੇਨਿਜ਼ਮ ਹੈ ਜਿਹੜਾ ਉਹ ਗਰੋ ਹੋਣ ਲੱਗ ਜਾਂਦਾ, ਵਧਣ ਲੱਗ ਜਾਂਦਾ ਹੈ ਖੜੇ ਹੋਏ ਪਾਣੀ ਦੇ ਵਿੱਚ। ਕੈਨ ਯੂ ਗੈਸ ਵਾਈ ਐਲਗੇ ਆਰ ਗ੍ਰੀਨ ਇਨ ਕਲਰ? ਵੀ ਹੁਣ ਕੀ ਤੁਸੀਂ ਇਹ ਗੈਸ ਕਰ ਸਕਦੇ ਹੋ ਵੀ ਇਹ ਗ੍ਰੀਨ ਕਲਰ ਦੇ ਵਿੱਚ ਕਿਉਂ ਹੁੰਦੇ ਐਲਗੇ? ਤੇ they contain chlorophyll which gives them the green color, ਕਿਉਂਕਿ ਉਹਨਾਂ ਦੇ ਵਿੱਚ ਕੀ ਹੁੰਦਾ, chlorophyll ਹੁੰਦੀ ਆ। algae can also prepare their own food by photosynthesis। ਹੁਣ ਜਿਹੜਾ ਕਹਿੰਦਾ ਐਲਗੇ ਆ ਉਹ ਵੀ ਆਪਣਾ ਜਿਹੜਾ ਫੋਟੋਸਿੰਥੇਸਿਸ ਦੇ ਥਰੂ ਭੋਜਨ ਬਣਾ ਸਕਦੇ ਆ, ਕਿਉਂਕਿ ਉਹਨਾਂ ਦੇ ਵਿੱਚ ਕਲੋਰੋਫਿਲ ਹੁੰਦੀ ਹੈ ਨਾ। ਓਕੇ, ਹੁਣ ਆ ਗਿਆ ਜੀ ਸਿੰਥੇਸਿਸ ਆਫ ਫੂਡ, ਪਲਾਂਟ ਫੂਡ ਅਦਰ ਦੈਨ ਕਾਰਬੋਹਾਈਡਰੇਟ। You have just learned that plants synthesize carbohydrate through the process of photosynthesis। ਹੁਣ ਕਹਿੰਦਾ ਜੀ ਤੁਸੀਂ ਹੁਣੇ ਪੜ੍ਹਿਆ ਵੀ ਜਿਹੜੇ ਪਲਾਂਟਸ ਨੇ ਉਹ ਕਾਰਬੋਹਾਈਡਰੇਟ ਬਣਾਉਂਦੇ ਨੇ ਫੋਟੋਸਿੰਥੇਸਿਸ ਦੇ ਪ੍ਰੋਸੈਸ ਦੇ ਥਰੂ। The carbohydrate are made of carbon, hydrogen and oxygen। ਹੁਣ ਕਾਰਬੋਹਾਈਡਰੇਟ ਆ ਜਿਹੜੀ ਕਿਹੜੇ ਤਿੰਨ ਸਬਸਟੈਂਸਿਸ ਦੇ ਨਾਲ ਬਣਦੀ ਆ? ਕਾਰਬਨ, ਹਾਈਡਰੋਜਨ ਐਂਡ ਆਕਸੀਜਨ ਦੇ ਨਾਲ। They are used to synthesize other components of food such as protein and fats। ਹੁਣ ਕਹਿੰਦੇ ਇਹ ਜਿਹੜੀ ਤਿੰਨ ਚੀਜ਼ਾਂ ਹੁੰਦੀਆਂ ਨੇ ਇਹ ਕੀ ਹੁੰਦੀਆਂ ਨੇ? ਭੋਜਨ ਦੇ ਪਾਰਟਸ ਹੁੰਦੇ ਨੇ ਜਿਹੜੇ ਕਿ ਹੋਰ ਭੋਜਨ ਦੇ ਪਾਰਟਸ ਬਣਾਉਣ ਦੇ ਵਿੱਚ ਹੈਲਪ ਕਰਦੇ ਆ। ਕਿਹੜੇ ਕਿਹੜੇ? ਪ੍ਰੋਟੀਨਸ ਐਂਡ ਫੈਟਸ। ਬਟ ਪ੍ਰੋਟੀਨਸ ਆਰ nitrogenous substances which contain nitrogen। ਬਟ ਜਿਹੜਾ ਪ੍ਰੋਟੀਨ ਆ ਉਹ ਕੀ ਹੁੰਦਾ? ਨਾਈਟ੍ਰੋਜੈਨਸ ਸਬਸਟੈਂਸ ਹੁੰਦਾ, ਨਾਈਟ੍ਰੋਜੈਨਸ ਹੁੰਦਾ ਜਿਹਦੇ ਵਿੱਚ ਨਾਈਟ੍ਰੋਜਨ ਪਾਈ ਜਾਂਦੇ ਆ, ਠੀਕ ਹੈ ਜੀ। ਸਬਸਟੈਂਸ ਹੁੰਦਾ ਫਰੋਮ ਵੇਅਰ ਡੂ ਦਾ ਪਲਾਂਟਸ obtain ਨਾਈਟ੍ਰੋਜਨ। ਹੁਣ ਕਹਿੰਦਾ ਜੀ ਪਲਾਂਟਸ ਆ ਜਿਹੜੇ ਉਹ ਨਾਈਟ੍ਰੋਜਨ ਕਿੱਥੋਂ ਲੈ ਕੇ ਆਉਂਦੇ ਆ? Recall that nitrogen is present in abundance in gaseous form in the air। ਹੁਣ ਕਹਿੰਦਾ ਜੀ ਵੀ ਦੁਬਾਰਾ ਯਾਦ ਕਰੋ ਵੀ ਜਿਹੜੀ ਨਾਈਟ੍ਰੋਜਨ ਆ ਉਹ ਐਬੰਡੈਂਸ ਹੁੰਦਾ ਜੀ ਇੱਕ ਗਰੁੱਪ ਦੇ ਵਿੱਚ ਜਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ, ਠੀਕ ਹੈ ਜੀ। ਵੀ ਗੈਸ ਦੀ ਫਾਰਮ ਦੇ ਵਿੱਚ ਇਹ ਹਵਾ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਈ ਜਾਂਦੀ ਆ। However, plants can't observe nitrogen in this form। ਬਟ ਜਿਹੜੇ ਪਲਾਂਟਸ ਨੇ ਉਹ ਨਾਈਟ੍ਰੋਜਨ ਨੂੰ ਇਸ ਫਾਰਮ ਦੇ ਵਿੱਚ ਓਬਜ਼ਰਵ ਨਹੀਂ ਕਰ ਸਕਦੇ। ਸੋਇਲ ਹੈਜ਼ ਸਰਟਨ ਬੈਕਟੀਰੀਆ, ਵੀ ਉਹਦੇ ਵਿੱਚ ਇੱਕ ਸਰਟਨ ਬੈਕਟੀਰੀਆ ਹੁੰਦਾ ਹੈ, ਕੋਈ ਇੱਕ ਤਰ੍ਹਾਂ ਦਾ ਬੈਕਟੀਰੀਆ ਹੁੰਦਾ ਹੈ ਜਿਹੜਾ ਕਿ ਨਾਈਟ੍ਰੋਜਨ ਨੂੰ ਕਨਵਰਟ ਕਰ ਦਿੰਦਾ ਹੈ ਯੂਜ਼ੇਬਲ ਫਾਰਮ ਦੇ ਵਿੱਚ, ਵੀ ਉਸ ਫਾਰਮ ਦੇ ਵਿੱਚ ਵੀ ਤਾਂ ਕਿ ਜਿਹੜੇ ਪਲਾਂਟਸ ਆ ਉਹਨੂੰ ਓਬਜ਼ਰਵ ਕਰ ਸਕਣ। ਐਂਡ ਰਿਲੀਜ਼ ਇਟ ਇਨਟੂ ਦਾ ਸੋਇਲ, ਤੇ ਇਹਨੂੰ ਮਿੱਟੀ ਦੇ ਵਿੱਚ ਰਿਲੀਜ਼ ਕਰ ਦਿੰਦੇ ਨੇ, ਇਹਨੂੰ ਛੱਡ ਦਿੰਦੇ ਆ। These soluble forms are observed by the plants along with water। ਜਿਹੜੀ ਇਹ ਸੋਲਿਊਬਲ ਫਾਰਮ ਬਣ ਜਾਂਦੀ ਹੈ ਕਿਉਂਕਿ ਮਿੱਟੀ ਦੇ ਵਿੱਚ ਮਿਲ ਗਈ ਨਾ ਨਾਈਟ੍ਰੋਜਨ, ਤਾਂ ਉਹ ਸੋਲਿਊਬਲ ਫਾਰਮ ਦੇ ਵਿੱਚ ਹੋ ਜਾਂਦੀ ਆ। ਤਾਂ ਉਹ ਕੀ ਕਰਦੀ ਆ? ਹੁਣ ਪਾਣੀ ਦੇ ਨਾਲ ਮਿਕਸ ਹੋ ਕੇ ਪਲਾਂਟਸ ਤੱਕ ਪਹੁੰਚ ਜਾਂਦੀ ਹੈ, ਠੀਕ ਹੈ। You might have seen farmers adding fertilizers rich in nitrogen to the soil। ਹੁਣ ਕਹਿੰਦੇ ਤੁਸੀਂ ਕਿਸਾਨਾਂ ਨੂੰ ਦੇਖਿਆ ਹੋਊਗਾ ਫਰਟੀਲਾਈਜ਼ਰਸ ਹੁੰਦੇ ਨੇ ਜੀ, ਖਾਦਾਂ, ਠੀਕ ਹੈ, ਵੀ ਉਹ ਫਰਟੀਲਾਈਜ਼ਰਸ ਮਿਲਾਉਂਦੇ ਨੇ ਨਾਈਟ੍ਰੋਜਨ ਜਿਹਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਨਾਈਟ੍ਰੋਜਨ ਹੁੰਦੀ ਆ, ਉਹ ਮਿੱਟੀ ਦੇ ਵਿੱਚ ਉਹ ਫਰਟੀਲਾਈਜ਼ਰ ਛਿੜਕਦੇ ਆ ਨਾ। In this way the plants fulfill their requirement of nitrogen along with the other constituents। ਹੁਣ ਕਹਿੰਦਾ ਹੋਰ ਚੀਜ਼ਾਂ ਦੇ ਨਾਲ
ਜਿਹੜਾ ਪਲਾਂਟ ਆ ਉਹ ਆਪਣੀ ਨਾਈਟ੍ਰੋਜਨ ਦੀ ਜਿਹੜੀ ਉਹਦੀ ਰਿਕੁਆਇਰਮੈਂਟ ਆ ਉਹ ਵੀ ਫੁੱਲਫਿਲ ਹੋ ਜਾਂਦੀ ਆ, ਉਹਦੀ ਪੂਰੀ ਹੋ ਜਾਂਦੀ ਆ। Plants can then synthesize components of food other than carbohydrates such as proteins and fats। ਹੁਣ ਕਹਿੰਦਾ ਇਸ ਤਰ੍ਹਾਂ ਦੇ ਨਾਲ ਜਿਹੜੇ ਪਲਾਂਟਸ ਨੇ ਉਹ ਕਾਰਬੋਹਾਈਡਰੇਟ ਤੋਂ ਬਿਨਾਂ ਵੀ ਭੋਜਨ ਦੇ ਵਿੱਚ ਜਿਹੜੇ ਕੰਪੋਨੈਂਟਸ ਚਾਹੀਦੇ ਹੁੰਦੇ ਨੇ, ਪ੍ਰੋਟੀਨ ਐਂਡ ਫੈਟਸ ਜਿਹੜੇ ਚਾਹੀਦੇ ਹੁੰਦੇ ਨੇ, ਉਹਨਾਂ ਨੂੰ ਬਣਾ ਸਕਦਾ ਏ, ਪ੍ਰਪੇਅਰ ਕਰ ਸਕਦਾ ਹੈ। ਹੁਣ ਉਸ ਤੋਂ ਬਾਅਦ ਆ ਗਏ ਜੀ ਤੁਹਾਡੇ ਅਦਰ ਮੋਡਸ ਆਫ ਨਿਊਟ੍ਰੀਸ਼ਨ ਇਨ ਪਲਾਂਟਸ। ਹੋਰ ਕਿਹੜੇ ਕਿਹੜੇ ਮੋਡ ਹੁੰਦੇ ਆ? There are some plants which do not have chlorophyll। ਵੀ ਕੁਝ ਇਹੋ ਜਿਹੇ ਪਲਾਂਟਸ ਵੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਲੋਰੋਫਿਲ ਨਹੀਂ ਪਾਈ ਜਾਂਦੀ। They can't synthesize their food। ਵੀ ਇਸ ਕਰਕੇ ਉਹ ਆਪਣਾ ਭੋਜਨ ਹੈ ਜਿਹੜਾ ਉਹ ਨਹੀਂ ਬਣਾ ਪਾਉਂਦੇ। How do they survive and from where do they derive nutrition। ਹੁਣ ਕਹਿੰਦੇ ਉਹ ਜਿਉਂਦੇ ਕਿਵੇਂ ਰਹਿੰਦੇ ਆ, ਸਰਵਾਈਵ ਕਿਵੇਂ ਕਰਦੇ ਆ, ਤੇ ਕਿਸ ਤਰ੍ਹਾਂ ਆਪਣਾ ਨਿਊਟ੍ਰੀਸ਼ਨ ਪਾਉਂਦੇ ਆ, ਮਿਲਦਾ ਉਹਨਾਂ ਨੂੰ। Like humans and animals, such plants depend on the food produced by other plants। ਹੁਣ ਕਹਿੰਦੇ ਇਸ ਜਿਵੇਂ ਆਪਾਂ ਹਿਊਮਨਸ ਤੇ ਐਨੀਮਲਸ ਆ, ਆਪਾਂ ਪਲਾਂਟਸ ਤੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਡਿਪੈਂਡ ਆ ਨਾ, ਉਕਣੇ ਜਿਹੜੇ ਇਹ ਪਲਾਂਟਸ ਹੁੰਦੇ ਨੇ ਉਹ ਵੀ ਉਸੇ ਤਰ੍ਹਾਂ ਉਹਨਾਂ ਤੇ ਪਲਾਂਟਸ ਦੇ ਉੱਪਰ ਡਿਪੈਂਡ ਹੁੰਦੇ ਨੇ। They are heterotrophic mode of nutrition। ਵੀ ਇਸ ਤਰ੍ਹਾਂ ਉਹ ਕਿਹੜਾ ਮੋਡ ਯੂਜ਼ ਕਰਦੇ ਨਿਊਟ੍ਰੀਸ਼ਨ ਦਾ? ਹੈਟਰੋਟ੍ਰੋਫਿਕ ਮੋਡ। You see yellow tubular structure। ਹਾਂਜੀ ਹੁਣ ਇਹਦੇ ਵਿੱਚ ਦੱਸਿਆ ਹੋਇਆ ਜੀ ਤੁਹਾਨੂੰ, ਆਹ ਜਿਵੇਂ ਆਹ ਟਰੀ ਦੇ ਉੱਪਰ ਤੁਹਾਨੂੰ ਆਹ ਬੇਲ ਜੀ ਦਿਖ ਰਹੀ ਹੈ ਨਾ ਯੈਲੋਇਸ਼ ਕਲਰ ਦੀ, ਠੀਕ ਹੈ, ਇਹਨੂੰ ਕਹਿੰਦੇ ਨੇ ਜੀ ਅਮਰ ਬੇਲ। ਓਕੇ, ਇਹ ਕੀ ਕਰਦੀ ਆ? ਇੱਕ ਪੈਰਾਸਾਈਟ ਦੀ ਤਰ੍ਹਾਂ ਕੰਮ ਕਰਦੀ ਹੈ। ਪੈਰਾਸਾਈਟ ਹੁੰਦਾ ਹੈ ਜੀ ਜਿਹੜੇ ਜਿਵੇਂ ਕੁੱਤਿਆਂ ਵਗੈਰਾ ਤੁਸੀਂ ਜੀਅ ਪਾਏ ਹੋਏ ਦੇਖੇ ਹੁੰਦੇ ਨਾ, ਉਹ ਕੁੱਤਿਆਂ ਦਾ ਖੂਨ ਚੂਸਦੇ ਆ, ਯਾਨੀ ਜਿਹੜੇ ਪਰਜੀਵੀ ਹੁੰਦੇ ਉਹਨਾਂ ਨੂੰ ਪੈਰਾਸਾਈਟ ਕਹਿੰਦੇ ਨੇ, ਜਿਹੜੇ ਦੂਸਰਿਆਂ 'ਤੇ ਡਿਪੈਂਡ ਹੁੰਦੇ ਨੇ। ਤੇ ਜਿਹੜਾ ਜਿਹਦੇ ਉੱਪਰ ਇਹ ਪੇਟ ਦੇ ਉੱਪਰ ਲਮਕੀ ਹੋਈ ਆ ਉਹ ਕਾਹਦਾ ਕੰਮ ਕਰਦਾ? ਇਹਦਾ ਹੋਸਟ ਦਾ, ਜਿਹੜਾ ਉਹਨੂੰ ਰਹਿਣ ਵਾਸਤੇ ਥਾਂ ਦਿੰਦਾ ਹੈ, ਨਿਊਟ੍ਰੀਸ਼ਨ ਦਿੰਦਾ ਹੈ, ਖਾਣ ਪੀਣ ਦਿੰਦਾ ਹੈ। ਓਕੇ, ਤਾਂ ਇਹ ਕੀ ਹੋ ਗਈ? ਅਮਰ ਬੇਲ ਕਹਿੰਦੇ ਨੇ ਜੀ ਇਹਨੂੰ, ਕਸਕਟ ਆ, ਠੀਕ ਹੈ। ਤਾਂ ਇਹ ਇਸ ਪੇਟ ਦੇ ਉੱਪਰ ਲਟਕੀ ਹੋਈ ਆ ਤੇ ਇਹਦੇ ਤੋਂ ਸਾਰਾ ਨਿਊਟ੍ਰੀਸ਼ਨ ਆ ਜਿਹੜਾ ਉਹ ਲੈਂਦੀ ਆ। ਓਕੇ, ਆਰ ਵੀ ਐਂਡ ਦ ਅਦਰ ਐਨੀਮਲਸ ਆਲਸੋ ਪੈਰਾਸਾਈਟਸ ਔਨ ਦ ਪਲਾਂਟ। ਹੁਣ ਕਹਿੰਦਾ ਵੀ ਜਿਸ ਤਰ੍ਹਾਂ ਇਹ ਬੇਲ ਆ, ਇਹ ਵੀ ਤਾਂ ਇੱਕ ਪੈਰਾਸਾਈਟ ਦਾ ਕੰਮ ਕਰ ਰਹੀ ਹੈ, ਵੀ ਉਹ ਤੋਂ ਸਾਰੇ ਨਿਊਟ੍ਰੀਸ਼ਨ ਲੈ ਰਹੀ ਹੈ, ਹੈ ਨਾ। ਤਾਂ ਉਸ ਤੋਂ ਬਾਅਦ ਕਹਿੰਦੇ ਅਸੀਂ ਵੀ ਐਨੀਮਲਸ ਜਾਂ ਜਿਹੜੇ ਹਿਊਮਨਸ ਆ ਉਹ ਵੀ ਇੱਕ ਪੈਰਾਸਾਈਟ ਦਾ ਕੰਮ ਕਰਦੇ ਆ। ਓਕੇ, ਪਲਾਂਟਸ ਵਾਸਤੇ। ਯੂ ਸ਼ੁੱਡ ਥਿੰਕ ਅਬਾਊਟ ਇਟ ਐਂਡ ਡਿਸਕਸ ਵਿਦ ਯੂਅਰ ਟੀਚਰ। ਵੀ ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ ਤੇ ਆਪਣੇ ਟੀਚਰ ਨਾਲ ਡਿਸਕਸ ਕਰਨਾ ਚਾਹੀਦਾ। ਹਾਊ ਯੂ ਸੀਨ or heard of plants that can eat। have you seen or heard of plants that can eat animals। ਹੁਣ ਕਹਿੰਦੇ ਵੀ ਕਿ ਤੁਸੀਂ ਇਹੋ ਜਿਹੇ ਪਲਾਂਟ ਬਾਰੇ ਸੁਣਿਆ ਜਿਹੜਾ ਐਨੀਮਲਸ ਨੂੰ ਖਾ ਸਕਦਾ ਹੈ, ਠੀਕ ਹੈ। ਇਹਦੇ ਵਿੱਚ ਆਹ ਪੈਰਾਗ੍ਰਾਫ ਦੇ ਵਿੱਚ ਰਾਜੇ ਦੱਸਿਆ ਹੋਇਆ ਪਿਕਚਰ, ਵੀ ਪਿਕਚਰ ਪਲਾਂਟ ਹੁੰਦਾ ਹੈ ਜੀ ਇਹ, ਜਿਹੜਾ ਕੀ ਕਰਦਾ ਹੈ, ਇਸ ਤਰ੍ਹਾਂ ਦੀ ਇਹਦੀ ਇੱਕ ਟੋਕਰੀ ਜੀ ਬਣੀ ਹੁੰਦੀ ਆ, ਠੀਕ ਹੈ। ਲੀਫ ਹੁੰਦਾ ਜਿਹੜਾ ਇਹਦਾ ਇਸ ਤਰ੍ਹਾਂ ਦਾ ਹੁੰਦਾ, ਇਹ ਸ਼ੇਪ ਹੁੰਦੀ ਆ, ਤੇ ਜਿਹੜਾ ਇਹਦਾ ਉੱਪਰ ਵਾਲਾ ਪਾਰਟ ਹੁੰਦਾ ਉਹ ਲਿਡ ਦਾ ਕੰਮ ਕਰਦਾ ਹੈ। ਜਿਵੇਂ ਹੀ ਇਨਸੈਕਟ ਵਗੈਰਾ ਕੋਈ ਵੀ ਇਹਦੇ ਉੱਪਰ ਜਿਹੜੇ ਆ ਵਿੱਚ ਨਾ ਇਹਦੇ ਉਰੇ ਬਾਲ ਜਿਹੇ ਟਾਈਪ ਹੁੰਦੇ ਆ, ਠੀਕ ਹੈ, ਹੇਅਰ ਲਾਈਕ ਸਬਸਟੈਂਸ ਹੁੰਦਾ ਹੈ। ਵੀ ਜਦੋਂ ਕੋਈ ਵੀ ਇਨਸੈਕਟ ਆ ਜਿਹੜਾ ਇਹਦੇ ਅੰਦਰ ਲੈਂਡ ਕਰਦਾ ਹੈ, ਉਤਰਦਾ ਹੈ, ਤਾਂ ਉਹ ਕੀ ਕਰਦੇ ਨੇ, ਜਿਹੜੇ ਹੇਅਰਸ ਦੇ ਵਿੱਚ ਫਸ ਜਾਂਦੇ, ਜਿਵੇਂ ਮੱਕੜੀ ਦੇ ਜਾਲੇ ਦੇ ਵਿੱਚ ਨਹੀਂ ਫਸ ਜਾਂਦੇ ਕੀੜੇ ਮਕੌੜੇ, ਉਕਣੇ ਹੇਅਰਸ ਦੇ ਵਿੱਚ ਫਸ ਜਾਂਦਾ ਹੈ। ਤੇ ਜਿਹੜਾ ਇਹ ਪਲਾਂਟ ਆ ਆਪਣਾ ਜਿਹੜਾ ਲਿਡ ਆ ਉਹ ਬੰਦ ਕਰ ਲੈਂਦੇ ਆ ਤੇ ਉਹਨੂੰ ਡਾਈਜੈਸਟ ਕਰ ਲੈਂਦਾ। ਇਹਦੇ ਵਿੱਚ ਫਿਰ ਜਿਹੜੇ ਜੂਸਿਸ ਬਣਦੇ ਨੇ, ਜਿਵੇਂ ਆਪਣੇ ਪੇਟ ਦੇ ਵਿੱਚ ਜੂਸ ਹੁੰਦਾ, ਉਹ ਹੁੰਦਾ ਨਾ ਐਸਿਡ ਹੁੰਦਾ ਹੈ ਫੂਡ ਨੂੰ ਡਾਈਜੈਸਟ ਕਰਨ ਵਾਸਤੇ, ਉਕਣੇ ਇਹਦੇ ਵਿੱਚ ਜਿਹੜੇ ਡਾਈਜੈਸ਼ਨ ਵਾਸਤੇ ਜੂਸਿਸ ਬਣਦੇ ਨੇ ਉਹਨੂੰ ਐਨੀਮਲ ਨੂੰ ਜਿਹੜਾ ਹੁੰਦਾ ਹੈ ਇਨਸੈਕਟ ਹੁੰਦਾ ਹੈ ਉਹਨੂੰ ਡਾਈਜੈਸਟ ਕਰ ਲੈਂਦੇ ਆ। ਓਕੇ, ਇਹਦੇ ਵਿੱਚ ਇਹ ਦਿੱਤਾ ਹੋਇਆ। ਤਾਂ ਜਿਹੜਾ ਹੁਣ ਇਹ ਮੋਡ ਆ ਨਿਊਟ੍ਰੀਸ਼ਨ ਦਾ, ਇਹ ਇਹੋ ਜਿਹੇ ਜਿਹੜੇ ਪਲਾਂਟਸ ਹੁੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ? ਇਨਸੈਕਟੀਵੋਰਸ ਪਲਾਂਟਸ, ਠੀਕ ਹੈ ਜੀ। ਇਨਸੈਕਟੀਵੋਰਸ ਪਲਾਂਟਸ ਇਹਨਾਂ ਨੂੰ ਕਹਿੰਦੇ ਨੇ। ਇਹਦੇ ਵਿੱਚ ਆਹੀ ਚੀਜ਼ ਕਲੀਅਰ ਕੀਤੀ ਹੋਈ ਜਿਹੜੀ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਦੱਸਦੀ ਹਾਂ। ਨੈਕਸਟ ਆ ਗਿਆ ਜੀ ਤੁਹਾਡਾ ਸੈਪਰੋਟ੍ਰੋਫਸ। ਹੁਣ ਸੈਪਰੋਟ੍ਰੋਫਸ ਕਿਹੜੇ ਹੁੰਦੇ ਨੇ? ਜਿਹੜੀ ਫੰਗਸ ਵਗੈਰਾ ਨਹੀਂ ਲੱਗਦੀ ਹੁੰਦੀ ਉਹ।
You might have seen packets of mushrooms sold in vegetable market, ਵੀ ਤੁਸੀਂ ਮਸ਼ਰੂਮਸ ਤਾਂ ਵੈਜੀਟੇਬਲ ਮਾਰਕੀਟ ਦੇ ਵਿੱਚ ਦੇਖੀਆਂ ਹੋਣਗੇ ਵਿਕਦੀਆਂ, ਠੀਕ ਹੈ। ਉਹਦੇ ਉੱਪਰ ਕਿਆ, you have also seen fluffy umbrella like patches growing on rotting wood during the rainy season। ਹੁਣ ਕਹਿੰਦੇ ਤੁਸੀਂ ਵੀ ਜਿਹੜੀ rotting wood ਹੁੰਦੀ ਆ, ਵੀ ਜਿਹੜੀ ਥੋੜੀ ਖਾਦੀ ਜਿਹੀ ਨਹੀਂ ਹੁੰਦੀ ਹੈਗੀ, ਲੱਕੜ ਹੁੰਦੀ ਆ, ਵੀ ਉਹਦੇ ਉੱਪਰ ਦੇਖਿਆ ਹੋਊਗਾ ਤੁਸੀਂ ਜਿਵੇਂ ਕਿਆ ਕਹਿੰਦੇ ਫਲਫੀ ਜਾਂ ਅਮਰੇਲਾ ਲਾਈਕ ਪੈਚਿਸ ਜੇ ਵਾਈਟ ਜੇ ਗਰੋ ਹੋਣ ਲੱਗ ਜਾਂਦੇ ਆ। ਉਸ ਤੋਂ ਬਾਅਦ ਉਹ ਕਹਿੰਦਾ ਜੀ let us find out what type of nutrition they need to survive and from where they get them। ਵੀ ਹੁਣ ਉਹਨਾਂ ਨੂੰ ਕਿਸ ਤਰ੍ਹਾਂ ਦਾ ਨਿਊਟ੍ਰੀਸ਼ਨ ਚਾਹੀਦਾ ਹੁੰਦਾ ਹੈ ਤੇ ਉਹ ਇਹ ਚੀਜ਼ ਨੂੰ ਕਿੱਥੋਂ ਲੈਂਦੇ ਆ। ਐਕਟੀਵਿਟੀ ਦੱਸੀ ਇਹਦੇ ਵਿੱਚ ਤੁਹਾਨੂੰ। ਟੇਕ ਅ ਪੀਸ ਆਫ ਬ੍ਰੈਡ, ਹੁਣ ਕਹਿੰਦਾ ਜੀ ਬ੍ਰੈਡ ਲੈ ਲਓ, ਉਹਨੂੰ ਥੋੜ੍ਹਾ ਜਿਹਾ ਗਿੱਲਾ ਕਰ ਲਓ ਅਤੇ ਉਹਨੂੰ ਗਰਮ ਜਗ੍ਹਾ ਦੇ ਉੱਤੇ 2-3 ਦਿਨਾਂ ਵਾਸਤੇ ਰੱਖ ਦਿਓ। ਅਤੇ ਉਸ ਤੋਂ ਬਾਅਦ ਜਾਂ ਉਦੋਂ ਤੱਕ ਰੱਖੋ ਜਦ ਤੱਕ ਤੁਹਾਨੂੰ ਉਹਦੇ 'ਤੇ ਵਾਈਟ ਪੈਚਿਸ ਜੇ ਅਪੀਅਰ ਨਹੀਂ ਹੋਣ ਲੱਗ ਜਾਂਦੇ, ਦਿਖਣ ਨਹੀਂ ਲੱਗ ਜਾਂਦੇ, ਠੀਕ ਹੈ। ਤਾਂ ਹੁਣ ਇਹ ਜਿਹੜੇ ਪੈਚ ਨੇ ਉਹਦੇ ਉੱਪਰ ਜਿਵੇਂ ਕਾਈ ਜਿਹੀ ਨਹੀਂ ਜੰਮ ਜਾਂਦੀ ਹੁੰਦੀ, ਠੀਕ ਹੈ, ਉੱਲੀ ਜਿਹੀ ਲੱਗ ਜਾਂਦੀ ਜਿਵੇਂ ਚੀਜ਼ਾਂ ਨੂੰ ਉੱਕਣ, ਵਾਈਟ ਵੀ ਹੋ ਸਕਦਾ, ਗ੍ਰੀਨ ਵੀ ਹੋ ਸਕਦਾ, ਬਰਾਊਨ ਵੀ ਹੋ ਸਕਦਾ, ਜਾਂ ਕੋਈ ਵੀ ਕਲਰ ਹੋ ਸਕਦਾ ਇਸ ਉੱਲੀ ਜਿਹੀ ਜਿਹੜੀ ਹੁੰਦੀ ਹੈ, ਜਿਵੇਂ ਆਪਾਂ ਅਚਾਰਾਂ ਵਗੈਰਾ 'ਤੇ ਦੇਖਦੇ ਨਾ ਜ਼ਿਆਦਾ ਦੇਰ ਵਾਸਤੇ ਪਿਆ ਰਿਹਾ, ਢੱਕਣ ਬੰਦ ਰਹੇ ਤਾਂ ਉਹ 'ਤੇ ਵਾਈਟ ਜਿਹੀ ਉੱਲੀ ਲੱਗ ਜਾਂਦੀ ਆ। ਓਬਜ਼ਰਵ ਦਾ ਪੈਚਿਸ ਅੰਡਰ ਦਾ ਮਾਈਕਰੋਸਕੋਪ ਜਾਂ ਮੈਗਨੀਫਾਈਂਗ ਗਲਾਸ, ਹੁਣ ਕਹਿੰਦਾ ਜੀ ਇਹਨਾਂ ਨੂੰ ਮਾਈਕਰੋਸਕੋਪ ਜਾਂ ਮੈਗਨੀਫਾਈਂਗ ਗਲਾਸ ਦੇ ਥਰੂ ਦੇਖੋ। ਰਾਈਟ ਡਾਊਨ your observe, most probably you will see cotton like threads spread on the piece of bread। ਹੁਣ ਜੇ ਆ ਤੁਹਾਨੂੰ ਪਿਕ ਦਿੱਤੀ ਹੋਈ ਹੈ ਨਾ, ਵੀ ਜੇ ਤੁਸੀਂ ਇਹਨੂੰ ਮੈਗਨੀਫਾਈਂਗ ਗਲਾਸ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਐਵੇਂ ਥ੍ਰੈਡ ਜੇ ਦਿਖਣਗੇ ਵੀ ਜਿਹੜੇ ਉਹਦੇ 'ਤੇ ਬ੍ਰੈਡ ਦੇ ਉੱਪਰ ਗਰੋ ਹੋ ਰਹੇ ਨੇ। ਇਹ ਕਿਆ ਹੁੰਦੀ ਆ, ਫੰਗੀ, ਇਹਨੂੰ ਔਰਗਨਿਜ਼ਮ ਨੂੰ ਕਿਆ ਕਿਹਾ ਜਾਂਦਾ ਹੈ, ਫੰਗੀ, ਉੱਲੀ ਲੱਗਣਾ। ਦੇ ਹੈਵ ਅ ਡਿਫਰੈਂਟ ਮੋਡ ਆਫ ਨਿਊਟ੍ਰੀਸ਼ਨ, ਇਹਨਾਂ ਦਾ ਕਹਿੰਦਾ ਅਲੱਗ ਤਰ੍ਹਾਂ ਦਾ ਹੀ ਨਿਊਟ੍ਰੀਸ਼ਨ ਹੁੰਦਾ ਹੈ, ਮੋਡ ਹੁੰਦਾ ਹੈ ਨਿਊਟ੍ਰੀਸ਼ਨ ਦਾ। ਦੇ ਸੈਕਰੇਟ ਡਾਈਜੈਸਟਿਵ ਜੂਸਿਸ ਔਨ ਦਾ ਡੈਡ ਐਂਡ ਡਿਕੇਇੰਗ ਮੈਟਰ ਐਂਡ ਕਨਵਰਟ ਇਨਟੂ ਅ ਸੋਲਿਊਸ਼ਨ। ਹੁਣ ਕਹਿੰਦਾ ਜੀ ਇਹ ਜਿਹੜੀਆਂ ਮਰ ਚੁੱਕੀਆਂ ਚੀਜ਼ਾਂ ਜਾਂ ਗਲ ਸੜ ਚੁੱਕੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਗਰੋ ਕਰਦਾ ਹੈ, ਉਹਨਾਂ ਤੋਂ ਜੂਸਿਸ ਕੱਢਦਾ ਹੈ, ਠੀਕ ਹੈ, ਅਤੇ ਉਹਨੂੰ ਇੱਕ ਸੋਲਿਊਸ਼ਨ ਦਾ ਪਾਣੀ ਦੇ ਰੂਪ ਦੇ ਵਿੱਚ ਉਹਨੂੰ ਕਨਵਰਟ ਕਰਦਾ ਹੈ। ਅਤੇ ਉਸ ਤੋਂ ਬਾਅਦ ਇਹ ਕਿਆ ਹੁੰਦਾ, ਉਹਨੂੰ ਓਬਜ਼ਰਵ ਕਰ ਲੈਂਦੇ ਤਾਂ ਉਹਨਾਂ ਤੋਂ ਉਹ ਜਿਹੜਾ ਜੂਸ ਬਣਦਾ ਹੈ ਉਹਦੇ ਤੋਂ ਆਪਣਾ ਨਿਊਟ੍ਰੀਸ਼ਨ ਲੈਂਦੇ ਨੇ। This mode of nutrition in which organisms take in nutrition in solution form from dead and decaying matter is called saprotrophic nutrition। ਹੁਣ ਕਹਿੰਦਾ ਜੀ ਉਹ ਨਿਊਟ੍ਰੀਸ਼ਨ ਜਿਹਦੇ ਵਿੱਚ ਜਿਹੜਾ ਆਰਗਨਿਜ਼ਮ ਆ ਉਹ ਆਪਣਾ ਨਿਊਟ੍ਰੀਸ਼ਨ ਕਿੱਥੋਂ ਲੈਂਦਾ ਹੈ, ਗਲ ਸੜ ਚੁੱਕੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਜਾਂ ਮਰ ਚੁੱਕੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਸੋਲਿਊਸ਼ਨ ਫਾਰਮ ਦੇ ਵਿੱਚ ਲੈਂਦਾ ਹੈ, ਉਹਨੂੰ ਕਹਿੰਦੇ ਨੇ ਸੈਪਰੋਟ੍ਰੋਫਿਕ ਨਿਊਟ੍ਰੀਸ਼ਨ। ਪਲਾਂਟਸ ਵਿੱਚ ਯੂਜ਼ ਸੈਪਰੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ ਆਰ ਕਾਲਡ ਸੈਪਰੋਟ੍ਰੋਫਸ। ਹੁਣ ਜੇ ਇਹ ਜਿਹੜੇ ਇਹੋ ਜਿਹੇ ਪਲਾਂਟਸ ਹੁੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ, ਸੈਪਰੋਟ੍ਰੋਫਸ ਕਿਹਾ ਜਾਂਦਾ। Fungi also grow on pickles, leather, clothes and other articles that are left in hot and humid weather for long time। ਵੀ ਹੁਣ ਜਦੋਂ ਆਪਾਂ ਜ਼ਿਆਦਾ ਟਾਈਮ ਵਾਸਤੇ ਗਰਮੀ ਦੇ ਵਿੱਚ ਕੋਈ ਚੀਜ਼ ਛੱਡ ਦਿੰਦੇ, ਚਾਹੇ ਉਹ ਅਚਾਰ ਹੋਵੇ, ਚਮੜਾ ਹੋਵੇ, ਕੱਪੜੇ ਹੋਣ ਜਾਂ ਕੋਈ ਵੀ ਚੀਜ਼ ਹੋਵੇ, ਤਾਂ ਉਹਨਾਂ ਨੂੰ ਉੱਲੀ ਲੱਗ ਹੀ ਜਾਂਦੀ ਆ। ਓਕੇ, ਡਿਊਰਿੰਗ ਦਾ ਰੇਨੀ ਸੀਜ਼ਨ ਦੇ ਸਪੋਇਲ ਮੈਨੀ ਥਿੰਗਸ, ਵੀ ਰੇਨੀ ਸੀਜ਼ਨ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਉਹ ਖਰਾਬ ਕਰ ਦਿੰਦੇ ਆ। ਆਸਕ ਯੂਅਰ ਪੇਰੈਂਟਸ, ਆਪਣੇ ਪੇਰੈਂਟਸ ਨੂੰ ਜਾਂ ਐਲਡਰਸ ਨੂੰ ਪੁੱਛੋ ਵੀ ਜਿਹੜੇ ਫੰਗਸ ਆ ਉਹ ਕਿੱਥੇ ਕਿੱਥੇ ਘਰ ਦੇ ਵਿੱਚ ਲੱਗ ਸਕਦੀਆਂ। ਦ ਫੰਗਲ ਸਪੋਰਸ ਆਰ ਜਨਰਲੀ ਪ੍ਰੈਜੈਂਟ ਇਨ ਦਾ ਏਅਰ, ਜਿਹੜੇ ਫੰਗਲ ਸਪੋਰਸ ਹੁੰਦੇ ਨੇ, ਇਹਨਾਂ ਦੇ ਬੀਜਾਣੂ ਹੁੰਦੇ ਨੇ, ਇਹ ਹਵਾ ਦੇ ਵਿੱਚ ਹੁੰਦੇ ਆ ਵੈਸੇ। ਜਦੋਂ ਇਹ ਗਰਮੀ ਜਾਂ ਗਿੱਲੀ ਜਗ੍ਹਾ 'ਤੇ ਲੈਂਡ ਕਰਦੇ ਨੇ ਤਾਂ ਉੱਥੇ ਹੀ ਮਤਲਬ ਇੱਕ ਜਗ੍ਹਾ 'ਤੇ ਟਿਕ ਕੇ ਉੱਥੇ ਹੀ ਵਧਣ ਲੱਗ ਜਾਂਦੇ ਨੇ ਅਤੇ ਵਧਣ ਫੁੱਲਣ ਲੱਗ ਜਾਂਦਾ ਹੈ। ਦੇ ਕੈਨ ਫਿਗਰ ਆਊਟ ਹਾਊ ਵੀ ਕੈਨ ਪ੍ਰੋਟੈਕਟ, ਕਹਿੰਦਾ ਇਸ ਤਰ੍ਹਾਂ ਅਸੀਂ ਆਪਣਾ ਪਤਾ ਲਗਾ ਸਕਦੇ ਹਾਂ ਵੀ ਅਸੀਂ ਆਪਣੀ ਚੀਜ਼ਾਂ ਨੂੰ ਕਿਵੇਂ ਬਚਾ ਕੇ ਰੱਖ ਸਕਦੇ ਹਾਂ। ਹੁਣ ਉਸ ਤੋਂ ਬਾਅਦ ਆ ਗਿਆ ਜੀ ਸਿੰਬਾਇਓਟਿਕ ਰਿਲੇਸ਼ਨਸ਼ਿਪ। ਹੁਣ ਸਿੰਬਾਇਓਟਿਕ ਰਿਲੇਸ਼ਨਸ਼ਿਪ ਕਿਹੜਾ ਹੁੰਦਾ ਉਹ ਪੜ੍ਹਦੇ ਹਾਂ ਆਪਾਂ। ਸਮ ਆਰਗਨਿਜ਼ਮਸ ਲਿਵ ਟੂਗੈਦਰ, ਕੁਝ ਇਕੱਠੇ ਰਹਿੰਦੇ ਨੇ, ਐਂਡ ਸ਼ੇਅਰ ਸ਼ੈਲਟਰ ਐਂਡ ਨਿਊਟ੍ਰੀਐਂਟਸ, ਅਤੇ ਜਿਹੜੇ ਨਿਊਟ੍ਰੀਐਂਟਸ ਹੁੰਦੇ ਨੇ ਅਤੇ ਰਹਿਣ ਵਾਲੀ ਥਾਂ ਹੁੰਦੀ ਆ ਉਹਨੂੰ ਸ਼ੇਅਰ ਕਰਦੇ ਇੱਕ ਦੂਜੇ ਦੇ ਨਾਲ, ਉਹਨੂੰ ਕਹਿੰਦੇ ਨੇ ਸਿੰਬਾਇਓਟਿਕ ਰਿਲੇਸ਼ਨਸ਼ਿਪ। ਫੋਰ ਐਗਜ਼ਾਮਪਲ ਸਰਟਨ ਫੰਗੀ ਲਿਵ ਇਨ ਦਾ ਰੂਟਸ ਆਫ ਟਰੀ, ਵੀ ਕੁਝ ਜਿਹੜੀ ਫੰਗਸ ਹੁੰਦੀ ਆ ਉਹ ਕਿੱਥੇ ਰਹਿੰਦੀ ਆ, ਟਰੀਜ਼ ਦੀ ਰੂਟਸ ਦੇ ਵਿੱਚ, ਜੜ੍ਹਾਂ ਦੇ ਵਿੱਚ। ਦਾ ਟਰੀ ਪ੍ਰੋਵਾਈਡ ਨਿਊਟ੍ਰੀਐਂਟ ਟੂ ਦਾ ਫੰਗਸ, ਵੀ ਜਿਹੜਾ ਟਰੀ ਆ ਉਹਨੂੰ ਸਾਰਾ ਨਿਊਟ੍ਰੀਸ਼ਨ ਪ੍ਰੋਵਾਈਡ ਕਰਦਾ ਹੈ ਫੰਗਸ ਨੂੰ, ਅਤੇ ਫੰਗਸ ਉਹਦੀ ਰਿਟਰਨ ਦੇ ਵਿੱਚ ਕੀ ਹੈਲਪ ਕਰਦੀ ਆ,
ਟੂ ਟੇਕ ਅਪ ਵਾਟਰ ਐਂਡ ਨਿਊਟਰੀਐਂਟਸ ਫਰੋਮ ਦਾ ਸੋਇਲ, ਵੀ ਮਿੱਟੀ ਦੇ ਵਿੱਚੋਂ ਨਿਊਟ੍ਰੀਸ਼ਨ ਤੇ ਪਾਣੀ ਕੱਢਣ ਦੇ ਵਿੱਚ ਉਹਦੀ ਹੈਲਪ ਕਰਦੀ ਆ। ਇਹ ਐਸੋਸੀਏਸ਼ਨ ਆ ਜਿਹੜਾ ਟਰੀ ਵਾਸਤੇ ਇਹ ਕੰਮ ਆ ਜਿਹੜਾ ਅਦਲਾ ਬਦਲੀ ਹੈ, ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਇੰਪੋਰਟੈਂਟ ਹੁੰਦੀਆਂ। ਇਨ ਆਰਗਨਿਜ਼ਮਸ ਕਾਲਡ ਲਿਚਨਸ ਅ ਕਲੋਰੋਫਿਲ ਕੰਟੇਨਿੰਗ ਪਾਰਟਨਰ। ਹੁਣ ਕਹਿੰਦਾ ਜੀ ਇੱਕ ਲਿਚਨਸ ਹੁੰਦਾ ਹੈ, ਪੌਦਾ ਹੁੰਦਾ ਲਿਚਨ ਨਾਮ ਦਾ, ਉਹਦੇ ਵਿੱਚ ਕੀ ਹੁੰਦਾ, ਕਲੋਰੋਫਿਲ ਕੰਟੇਨਿੰਗ ਪਾਰਟਨਰ ਹੁੰਦਾ ਹੈ। ਇੱਕ ਪਾਰਟਨਰ ਹੁੰਦਾ ਹੈ ਜਿਹਦੇ ਵਿੱਚ ਕਲੋਰੋਫਿਲ ਹੁੰਦੀ ਆ, ਵਿਚ ਇਜ਼ ਦਾ ਐਲਗਾ ਐਂਡ ਅ ਫੰਗਸ ਲਿਵ ਟੂਗੈਦਰ, ਵੀ ਜਿਹਦੇ ਵਿੱਚ ਇੱਕ ਐਲਗਾ ਤੇ ਫੰਗਸ ਆ ਜਿਹੜੀ ਉਹ ਇਕੱਠੇ ਰਹਿੰਦੇ ਆ। ਠੀਕ ਹੈ, ਐਲਗਾ ਪਤਾ ਨਾ, ਉਹ ਕਾਈ ਜਿਹੜੀ। The fungus provides shelter, water and minerals to the alga, and in return the alga provide food which is prepared by the photosynthesis। ਹੁਣ ਕਹਿੰਦਾ ਜੀ ਜਿਹੜੀ ਫੰਗਸ ਆ ਉਹ ਸ਼ੈਲਟਰ ਯਾਨੀ ਰਹਿਣ ਵਾਸਤੇ ਥਾਂ, ਪਾਣੀ ਤੇ ਮਿਨਰਲਸ ਆ ਜਿਹੜੀ ਉਹ ਐਲਗੇ ਨੂੰ ਦਿੰਦੀ ਆ, ਤੇ ਜਿਹੜਾ ਐਲਗਾ ਹੈ ਉਹ ਫੂਡ ਦਿੰਦਾ ਹੈ। ਐਲਗਾ ਪ੍ਰੋਵਾਈਡਸ ਫੂਡ ਵਿਚ ਇਟ ਪ੍ਰਪੇਅਰਸ ਬਾਏ ਫੋਟੋਸਿੰਥੇਸਿਸ, ਤੇ ਐਲਗਾ ਉਹਨੂੰ ਭੋਜਨ ਦਿੰਦਾ ਜਿਹੜਾ ਉਹਨੂੰ ਫੋਟੋਸਿੰਥੇਸਿਸ ਦੇ ਥਰੂ ਬਣਾਇਆ ਹੁੰਦਾ ਹੈ। ਹੁਣ ਜੀ ਆ ਗਿਆ ਤੁਹਾਡਾ ਹਾਊ ਨਿਊਟਰੀਐਂਟਸ ਆਰ ਰਿਪਲੈਨਿਸ਼ਡ ਇਨ ਦਾ ਸੋਇਲ। Have you seen farmers spreading manure and fertilizers in the fields, or gardeners using them in lawns and in pots? Do you know why they are added to the soil? ਹੁਣ ਕਹਿੰਦਾ ਜਿਹੜੀ ਖਾਦਾਂ ਵਗੈਰਾ ਨੇ ਉਹਨਾਂ ਨੂੰ ਦੇਖਿਆ ਹੋਊਗਾ ਤੁਸੀਂ ਫੀਲਡਸ ਦੇ ਵਿੱਚ ਫਾਰਮਰ ਸਪਰੈਡ ਕਰ ਰਹੇ ਆ, ਜਾਂ ਜਿਹੜੇ ਗਾਰਡਨਰਸ ਆ ਉਹ ਆਹ ਜਿਹੜੇ ਬਗੀਚੇ ਵਗੈਰਾ ਹੁੰਦੇ, ਲੌਨਸ ਵਗੈਰਾ ਬਣੇ ਹੁੰਦੇ ਨੇ ਜਾਂ ਗਮਲਿਆਂ ਦੇ ਵਿੱਚ ਪਾਉਂਦੇ ਆ, ਵੀ ਉਹ ਕਿਉਂ ਐਡ ਕਰਦੇ ਆ? You learned that plants observe mineral from the soil, ਵੀ ਮਿੱਟੀ ਤੋਂ ਆਪਣੇ ਮਿਨਰਲਸ ਲੈਂਦੇ ਆ, so their amount in the soil keep on decline, ਇਸ ਕਰਕੇ ਮਿੱਟੀ ਦੇ ਵਿੱਚ ਜਿਹੜੀ ਇਹਨਾਂ ਦੀ ਅਮਾਊਂਟ ਆ ਉਹ ਘਟਦੀ ਜਾਂਦੀ ਆ। Fertilizers and manures contain plant nutrients such as nitrogen, potassium and phosphorus etc। ਹੁਣ ਜਿਹੜੇ ਫਰਟੀਲਾਈਜ਼ਰਸ ਜਾਂ ਮੈਨਿਓਰਸ ਹੁੰਦੇ ਨੇ ਨਾ, ਖਾਦਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਜਿਹੜੇ ਨਿਊਟ੍ਰੀਸ਼ਨ ਹੁੰਦੇ ਨੇ, ਜਿਵੇਂ ਨਾਈਟ੍ਰੋਜਨ ਹੋ ਗਿਆ, ਪੋਟਾਸ਼ੀਅਮ ਹੋ ਗਿਆ, ਫਾਸਫੋਰਸ ਹੋ ਗਿਆ, these nutrients need to be added from time to time to enrich the soil। ਮਿੱਟੀ ਨੂੰ ਕਹਿੰਦੇ ਵੀ ਐਨਰਿਚ ਕਰਨ ਵਾਸਤੇ, ਉਹਦੀ ਉਪਜਾਊ ਸ਼ਕਤੀ ਵਧਾਉਣ ਵਾਸਤੇ ਵੀ ਇਹ ਨਿਊਟ੍ਰੀਸ਼ਨ ਨੇ ਜਿਹੜੇ ਟਾਈਮ ਟੂ ਟਾਈਮ ਸਮੇਂ-ਸਮੇਂ 'ਤੇ ਉਹਦੇ ਵਿੱਚ ਐਡ ਕਰਦੇ ਰਹਿਣਾ ਚਾਹੀਦਾ ਹੈ। We can grow plants and keep them healthy if we can fulfill the nutrient requirement of plants। ਹੁਣ ਕਹਿੰਦਾ ਜੀ ਜੇ ਆਪਾਂ ਪਲਾਂਟਸ ਗਰੋ ਕਰਨੇ ਆ, ਜੇ ਆਪਾਂ ਮਿੱਟੀ ਜਾਂ ਪਲਾਂਟਸ ਦੀ ਰਿਕੁਆਇਰਮੈਂਟ ਨਿਊਟਰੀਐਂਟ ਰਿਕੁਆਇਰਮੈਂਟ ਪੂਰੀ ਕਰਾਂਗੇ ਤਾਂ ਹੀ ਜਿਹੜੇ ਪਲਾਂਟਸ ਨੇ ਉਹ ਹੈਲਦੀ ਗਰੋ ਹੋ ਸਕਣਗੇ। ਠੀਕ ਹੈ, ਯੂਜ਼ੂਅਲੀ ਕ੍ਰੌਪਸ ਰਿਕੁਆਇਰ ਅ ਲੋਟ ਆਫ ਨਾਈਟ੍ਰੋਜਨ ਟੂ ਮੇਕ ਪ੍ਰੋਟੀਨ। ਇਸੇ ਤਰ੍ਹਾਂ ਕਹਿੰਦਾ ਪ੍ਰੋਟੀਨ ਬਣਾਉਣ ਵਾਸਤੇ ਜਿਹੜੀਆਂ ਕ੍ਰੌਪਸ ਹੁੰਦੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਨਾਈਟ੍ਰੋਜਨ ਚਾਹੀਦਾ ਹੁੰਦਾ ਹੈ, ਤੇ ਹਾਰਵੈਸਟ ਤੋਂ ਬਾਅਦ ਮਿੱਟੀ ਦੇ ਵਿੱਚ ਇਹਦੀ ਕਮੀ ਹੋ ਜਾਂਦੀ ਹੈ। ਕਿਹਦੀ ਕਮੀ ਹੋ ਜਾਂਦੀ ਆ? ਨਾਈਟ੍ਰੋਜਨ ਦੀ। You learned that though nitrogen gases, ਉਸੇ ਤਰ੍ਹਾਂ ਕਹਿੰਦਾ ਵੀ ਨਾਈਟ੍ਰੋਜਨ ਗੈਸ ਆ ਜਿਹੜੀ ਹਵਾ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ, ਪਲਾਂਟ ਆ ਜਿਹੜੇ ਇਹਨੂੰ ਇਸ ਫਾਰਮ ਦੇ ਵਿੱਚ ਯੂਜ਼ ਨਹੀਂ ਕਰ ਸਕਦੇ, ਵੀ ਗੈਸ ਵਾਲੀ ਫਾਰਮ ਦੇ ਵਿੱਚ ਯੂਜ਼ ਨਹੀਂ ਕਰ ਸਕਦੇ, ਵੀ ਜਿੱਦਾਂ ਉਹ ਕਾਰਬਨ ਡਾਈਆਕਸਾਈਡ ਨੂੰ ਕਰ ਸਕਦੇ ਆ। ਇਸ ਕਰਕੇ ਜਿਹੜੀ ਨਾਈਟ੍ਰੋਜਨ ਆ ਉਹ ਸੋਲਿਊਬਲ ਫਾਰਮ ਦੇ ਵਿੱਚ ਚਾਹੀਦੀ ਹੁੰਦੀ ਹਨ। ਦਾ ਬੈਕਟੀਰੀਅਮ ਕਾਲਡ ਰਿਜ਼ੋਮਬੀਅਮ। ਹਾਂਜੀ, ਹੁਣ ਪਿੱਛੇ ਆਪਾਂ ਪੜ੍ਹਿਆ ਸੀ ਨਾ ਵੀ ਇੱਕ ਸਰਟਨ ਬੈਕਟੀਰੀਆ ਹੁੰਦਾ ਹੈ ਜਿਹੜਾ ਕਿ ਚੇਂਜ ਕਰਦਾ ਨਾਈਟ੍ਰੋਜਨ ਨੂੰ ਸੋਲਿਊਬਲ ਫਾਰਮ ਦੇ ਵਿੱਚ। ਹੁਣ ਉਹਦਾ ਨਾਮ ਕੀ ਆ? ਰਿਜ਼ੋਮਬੀਅਮ। ਠੀਕ ਹੈ ਜੀ, ਇਹ ਐਟਮੋਸਫੇਅਰ ਤੋਂ ਵੀ ਹਵਾ ਦੇ ਵਿੱਚੋਂ ਨਾਈਟ੍ਰੋਜਨ ਲੈਂਦਾ ਹੈ ਅਤੇ ਇਹਨੂੰ ਸੋਲਿਊਬਲ ਫਾਰਮ ਦੇ ਵਿੱਚ ਚੇਂਜ ਕਰ ਦਿੰਦਾ ਹੈ। ਬਟ ਜਿਹੜਾ ਰਾਈਜ਼ੋਮਬੀਅਮ ਆ ਉਹ ਆਪਣਾ ਭੋਜਨ ਆਪ ਨਹੀਂ ਬਣਾ ਸਕਦਾ, ਅਤੇ ਇਹ ਕਿਹਦੀ ਰੂਟਸ ਦੇ ਵਿੱਚ ਰਹਿੰਦਾ ਹੈ? ਆਹ ਵਾਲੀ ਚੀਜ਼ਾਂ ਦੀ, ਗ੍ਰਾਮ, ਚਨਾ, ਪੀਜ਼, ਮਟਰ ਹੋ ਗਏ, ਮੂੰਗੀ ਹੋ ਗਈ, ਬੀਨਸ ਹੋ ਗਏ ਐਂਡ ਅਦਰ ਲੀਗਮਸ ਐਂਡ ਪ੍ਰੋਵਾਈਡ ਦੈਮ ਵਿਦ ਨਾਈਟ੍ਰੋਜਨ। ਵੀ ਹੋਰ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ, ਲੀਗਮਸ ਹੁੰਦੀਆਂ ਨੇ, ਉਹਨਾਂ ਦੀ ਜੜ੍ਹਾਂ ਦੇ ਵਿੱਚ ਰਹਿੰਦਾ ਹੈ ਤਾਂ ਕਿ ਉਹ ਨਿਊਟ੍ਰੀਸ਼ਨ ਹੈ ਉਹਨਾਂ ਨੂੰ ਨਾਈਟ੍ਰੋਜਨ ਇਹ ਪ੍ਰੋਵਾਈਡ ਕਰਦਾ ਹੈ, ਅਤੇ ਜਿਹੜੀਆਂ ਇਹ ਪਲਸਿਸ ਨੇ ਉਹਨੂੰ ਭੋਜਨ ਪ੍ਰੋਵਾਈਡ ਕਰਦੀਆਂ ਨੇ। ਮੋਸਟ ਆਫ ਦਾ ਪਲਸਿਸ, ਦਾਲਸ ਜਿਹੜੀਆਂ ਹੁੰਦੀਆਂ ਨੇ, ਆਰ ਓਬਟੇਨਡ ਫਰੋਮ ਲਿਗਮੀਨੀਅਸ ਪਲਾਂਟਸ। ਹਾਂਜੀ, ਹੁਣ ਲਿਗਮੀਨੀਅਸ ਕਿਹੜੇ ਹੋ ਗਏ ਰਾਜੇ? ਜਿਹੜੇ ਫਲੀਦਾਰ ਪਲਾਂਟਸ ਹੁੰਦੇ ਨੇ, ਠੀਕ ਹੈ, ਫਲੀਆਂ ਵਾਲੇ। ਓਕੇ, ਉਹਨਾਂ ਜਿਹੜੀਆਂ ਦਾਲਾਂ ਵਗੈਰਾ ਨੇ ਜ਼ਿਆਦਾਤਰ ਉਹ ਆਪਾਂ ਨੂੰ ਲਿਗਮੀਨੀਅਸ ਫਲੀਆਂ ਵਾਲੇ ਪਲਾਂਟਸ ਤੋਂ ਹੀ ਜ਼ਿਆਦਾ ਮਿਲਦੀਆਂ ਨੇ। ਇਨ ਰਿਟਰਨ ਦਾ ਪਲਾਂਟ ਪ੍ਰੋਵਾਈਡ ਫੂਡ ਐਂਡ ਸ਼ੈਲਟਰ ਟੂ ਦਾ ਬੈਕਟੀਰੀਆ। ਅਤੇ ਰਿਟਰਨ ਦੇ ਵਿੱਚ ਜਿਹੜੇ ਪਲਾਂਟਸ ਨੇ ਉਹਨੂੰ ਕੀ ਦਿੰਦੇ ਨੇ? ਰਾਈਜ਼ੋਮਬੀਅਮ ਬੈਕਟੀਰੀਆ ਨੂੰ
ਆਹ ਸ਼ੈਲਟਰ ਦਿੰਦੇ, ਰਹਿਣ ਵਾਸਤੇ ਥਾਂ ਦਿੰਦੇ ਆ, ਤੇ ਉਹਨੂੰ ਭੋਜਨ ਦਿੰਦੇ ਆ। ਦੇ does have a symbiotic relationship, ਇਸ ਤਰ੍ਹਾਂ ਉਹਨਾਂ ਦਾ ਕਿਆ ਬਣ ਜਾਂਦਾ, ਇੱਕ symbiotic relation ਬਣ ਜਾਂਦਾ ਹੈ। ਤੇ ਜਿਹੜਾ ਇਹ ਐਸੋਸੀਏਸ਼ਨ ਆ ਫਾਰਮਰਸ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਦੇ ਡੂ ਨਾਟ ਨੀਡ ਟੂ ਐਡ ਨਾਈਟ੍ਰੋਜਨ ਫਰਟੀਲਾਈਜ਼ਰ ਟੂ ਦਾ ਸੋਇਲ ਵਿਚ ਆਰ ਵੀ ਜਿਹੜੀ ਲਿਗਮੀਨੀਅਸ ਪਲਾਂਟਸ ਹੁੰਦੀਆਂ ਨੇ ਉੱਥੇ ਉਹਨਾਂ ਨੂੰ ਨਾਈਟ੍ਰੋਜਨ ਆ ਜਿਹੜੀ ਉਹ ਜ਼ਿਆਦਾ ਪਾਉਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉੱਥੇ ਰਾਈਜ਼ੋਬੀਅਮ ਜਿਹੜਾ ਬੈਕਟੀਰੀਆ ਹੁੰਦਾ ਉਹ ਹੁੰਦਾ ਹੈ। In this chapter you learn that most of the plants are autotrophs, ਵੀ ਜ਼ਿਆਦਾਤਰ ਜਿਹੜੇ plants ਹੁੰਦੇ ਨੇ ਉਹ ਕੀ ਹੁੰਦੇ ਨੇ, autotrophs ਹੁੰਦੇ ਨੇ, ਆਪਣਾ ਭੋਜਨ ਆਪ ਬਣਾਉਂਦੇ। Only a few plants adopt other modes of nutrition like parasitic and saprotrophic। ਹੁਣ ਜੀ ਕਹਿੰਦੇ ਜਿਹੜੇ parasitic ਤੇ saprotrophic ਹੁੰਦੇ ਨੇ, ਇਹ ਜਿਹੇ plants ਹੁੰਦੇ ਨੇ ਉਹੀ ਹੋਰ modes use ਕਰਦੇ ਨੇ nutrition ਦਾ। They derive nutrition from other organisms, ਤੇ ਹੋਰ organisms ਤੋਂ ਆਪਣਾ nutrition ਲੈਂਦੇ ਨੇ। All animals are categorized as heterotrophs since they depend on plants and other animals for food। ਕਹਿੰਦੇ ਜਿਹੜੇ ਸਾਰੇ ਐਨੀਮਲਸ ਨੇ ਜਿਹੜੇ ਚਾਹੇ ਹਿਊਮਨ ਬੀਂਗਸ ਹੋਣ ਚਾਹੇ ਦੂਸਰੇ ਐਨੀਮਲਸ ਹੋਣ ਉਹਨਾਂ ਨੂੰ ਹੈਟਰੋਟ੍ਰੋਫਸ ਦੇ ਵਿੱਚ ਰੱਖਿਆ ਗਿਆ ਹੈ। ਕਿਉਂ? ਕਿਉਂਕਿ ਉਹ ਡਿਪੈਂਡ ਹੁੰਦੇ ਨੇ ਪਲਾਂਟਸ ਦੇ ਉੱਪਰ ਜਾਂ ਹੋਰ ਐਨੀਮਲਸ ਦੇ ਉੱਪਰ ਆਪਣੇ ਭੋਜਨ ਵਾਸਤੇ। We can say that the insectivorous plants are partial heterotrophs। ਹੁਣ ਲਾਸਟ ਦੇ ਵਿੱਚ ਤੁਹਾਨੂੰ ਕੁਐਸਚਨ ਪੁੱਟ ਕੀਤਾ ਗਿਆ ਜੀ ਵੀ ਕੀ ਅਸੀਂ ਕਹਿ ਸਕਦੇ ਹਾਂ ਵੀ ਜਿਹੜੇ ਇਨਸੈਕਟੀਵੋਰਸ ਪਲਾਂਟਸ ਹੁੰਦੇ ਨੇ ਕਿ ਉਹ ਵੀ ਪਾਰਸ਼ੀਅਲ ਹੈਟਰੋਟ੍ਰੋਫਸ ਹੁੰਦੇ ਨੇ। ਡਿਸਕਸ ਇਟ, ਠੀਕ ਹੈ। ਆਪਣਾ ਮਾਈਂਡ ਲਗਾਓ ਤੇ ਇਹਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਮੈਨੂੰ ਦਿਓ। ਓਕੇ ਜੀ, ਵੀ ਹੈਵ ਡਨ ਦਿਸ ਚੈਪਟਰ। ਥੈਂਕ ਯੂ।